ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਹਿਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ ਨਾਸ਼ਿਕ ਮੈਂ ਦੇਗਰ ਦਰਦਹਾਨੇ ਦੇਗਰ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਜਲੰਧਰ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬ੍ਰਹਮ ਵੇਤੇ ਮਹਾਤਮਾ ਸ਼ਹਾਦਤ ਦੀ ਅਵਧੀ ਮੰਨਣ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਤਿੰਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਇਸ ਪਾਵਨ ਅਸਥਾਨ ਉੱਪਰ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ। ਦਾਸ ਤੋਂ ਪਹਿਲਾਂ ਮਹਾਂਪੁਰਸ਼ ਆਪ ਸ਼੍ਰੀ ਮੁਖਵਾਕ ਦੀ ਕਥਾ ਆਪ ਸੰਗਤ ਨੂੰ ਸਰਵਣ ਕਰਵਾ ਕੇ ਹਟੇ ਨੇ। ਆਓ ਸ਼ਹੀਦਾਂ ਦੀ ਮਹਿਮਾ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਗੁਰਬਾਣੀ ਦਾ ਫੁਰਮਾਨ ਹੈ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ। ਨਾਨਕ ਨਾਮ ਰਤੇ ਹਰ ਨਾਮ ਸਮਾਏ। ਜਿਹੜਾ ਤਨ ਮਨ ਧਨ ਕਰਕੇ ਗੁਰੂ ਦਾ ਹੋ ਜਾਂਦਾ ਹੈ, ਗੁਰੂ ਘਰ ਦੀਆਂ ਸੇਵਾਵਾਂ ਵਿੱਚ ਸਰਸਾਰ ਰਹਿੰਦਾ ਹੈ, ਉਹਦੀ ਮਹਿਮਾ ਅਪਰੰਪਾਰ ਹੋ ਜਾਇਆ ਕਰਦੀ ਹੈ। ਸਾਰਾ ਜੀਵਨ ਬਾਬਾ ਦੀਪ ਸਿੰਘ ਹੁਣਾ ਗੁਰੂ ਘਰ ਦੇ ਵਿੱਚ ਸੇਵਾ ਕੀਤੀ। ਜਿੱਥੇ ਉਹ ਬ੍ਰਹਮ ਵੇਤੇ ਮਹਾਤਮਾ ਸਨ, ਪਰਮ ਪਦਵੀ ਨੂੰ ਪ੍ਰਾਪਤ, ਉੱਥੇ ਸਿਰ ਵਾਰ ਕੇ ਗੁਰੂ ਦੀ ਗੋਦ ਉਹਨਾਂ ਨੇ ਮੱਲੀ ਹੈ। ਜਿਸ ਪਿਆਰੈ ਸਿਉ ਨੇਹੋ ਤਿਸ ਆਗੈ ਮਰ ਚੱਲੀਐ। ਗੁਰੂ ਘਰ ਦੀ ਸ਼ਾਨ ਦੀ ਖਾਤਰ, ਸੱਚ ਨੂੰ ਬੁਲੰਦ ਰੱਖਣ ਦੀ ਖਾਤਰ, ਮਜ਼ਲੂਮ ਦੀ ਖਾਤਰ ਜੂਝ ਕੇ ਉਹਨਾਂ ਸ਼ਹਾਦਤ ਪਾਈ। ਅੱਜ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਐਸੇ ਕਰਨੀ ਵਾਲੇ ਗੁਰਸਿੱਖ ਹੋਏ ਨੇ। ਤੁਰੁੱਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਪਰਮ ਪਦਵੀ ਬਖਸ਼ੀ, ਬ੍ਰਹਮ ਗਿਆਨ ਬਖਸ਼ਿਆ ਔਰ ਇੰਨੀ ਵਡਿਆਈ ਬਖਸ਼ੀ ਹੈ। ਅੱਜ ਜਦੋਂ ਵੀ ਯਾਦ ਕਰਦੇ ਹਾਂ ਬਾਬਾ ਦੀਪ ਸਿੰਘ ਨੂੰ, ਬਾਬਾ ਲਕਬ ਤੋਂ ਪਹਿਲਾਂ 2 ਵਾਰ ਧੰਨ ਲਫ਼ਜ਼ ਲਾਇਆ ਜਾਂਦਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਦਾ ਮਤਲਬ ਤੁਸੀਂ ਸਮਝਦੇ ਹੋ, ਪੁੰਨਿਆਵਾਨ, ਸ਼ਾਲਾਗਾ ਯੋਗਿਆ, ਤਾਰੀਫ ਦੇ ਲਾਇਕ ਹੈ। ਜੋ
ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਵਰਤਿਆ ਜਾਂਦਾ ਹੈ ਮਹਾਂਪੁਰਸ਼ਾਂ ਲਈ, ਗੁਰਸਿੱਖਾਂ ਲਈ, ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰ ਸਿੱਖ ਕੋ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਸਾਰਾ ਜੀਵਨ ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਧੰਤਾ ਦੇ ਯੋਗ ਉਹ ਹੁੰਦੇ ਨੇ। ਫਿਰ ਸਿਰ ਵਾਰਨ ਵਾਲਿਆਂ ਦੀਆਂ ਬਾਤਾਂ ਹੋਰ ਵੀ ਅਗੰਮੀ ਨੇ। ਭਾਈ ਸਾਹਿਬ ਭਾਈ ਨੰਦ ਲਾਲ ਇੱਕ ਗੱਲ ਕਹਿੰਦੇ ਨੇ, ਕਹਿੰਦੇ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਨਿਰਗੁਣ ਸਰੂਪ ਅਕਾਲ ਪੁਰਖ, ਗੁਰੂ ਗੋਬਿੰਦ ਸਿੰਘ ਦੇ ਦਰ ਤੇ ਇਸ ਲੋਕ ਵਿੱਚ ਤੇ ਉਹਨਾਂ ਦੇ ਨਿਰਗੁਣ ਸਰੂਪ ਦੇ ਦਰ ਤੇ ਪਰਲੋਕ ਵਿੱਚ ਸਭ ਤੋਂ ਉੱਚਾ ਸਿਰ ਉਹਦਾ ਹੈ ਜਿਹੜਾ ਸੱਚ ਲਈ, ਧਰਮ ਲਈ ਇਹਨੂੰ ਵਾਰ ਦਵੇ, ਕੁਰਬਾਨ ਕਰ ਦਵੇ ਸਿਰ ਨੂੰ। ਫਾਰਸੀ ਦੇ ਬੋਲ ਨੇ, ਦਰ ਹਰ ਦੋ ਕੋਨ ਗਰਦਨੇ ਓ ਸਰ ਬੁਲੰਦ ਸ਼ੁੱਧ, ਮਨਸੂਰ ਵਾਰ ਹਰ ਕੇ ਸੂਏਦਾਰ ਮੇਰ ਵੱਧ। ਜਿਹੜੇ ਮਨਸੂਰ ਵਾਂਗੂ ਸਿਰ ਦੇ ਦਿੰਦੇ ਨੇ ਸੱਚਾਈ ਦੇ ਲਈ, ਗੁਰੂ ਘਰ ਵਿੱਚ ਉਹਨਾਂ ਦੀ ਗਰਦਨ ਬੁਲੰਦ ਹੈ, ਉਹਨਾਂ ਦਾ ਸਿਰ ਉੱਚਾ ਹੈ। ਜਿਹੜੇ ਦੀਨ ਲਈ, ਧਰਮ ਲਈ ਵਾਰ ਦਿੰਦੇ ਨੇ, ਆਪਾਂ ਉਹਨਾਂ ਦੀ ਸਦਾ ਹੀ ਜੈ ਜੈਕਾਰ ਹੈ। ਤੇ ਬਾਪੂ ਗੁਰੂ ਗੋਬਿੰਦ ਸਿੰਘ ਨੇ ਤਾਂ ਹੀ ਦਸਮ ਗ੍ਰੰਥ ਵਿੱਚ ਇਹ ਲਫ਼ਜ਼ ਵਰਤੇ ਨੇ, ਧਨ ਜੀਓ ਤਿਹ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਮਰਨਾ ਸੰਤ ਨੇ ਵੀ ਹੈ, ਮਰੇਗਾ ਸਾਖਤ ਵੀ। ਦੁਨੀਆ ਤੇ ਕੋਈ ਥਿਰ ਨਹੀਂ ਰਹਿੰਦਾ, ਪਰ ਇੱਕ ਗੱਲ ਤੈਅ ਹੈ ਵੀ ਜਿਹੜੇ ਧਰਮ ਲਈ ਸਿਰ ਦਿੰਦੇ ਨੇ, ਮਹਾਂਪੁਰਸ਼, ਮਹਾਤਮਾ, ਸ਼ਹੀਦ, ਉਹ ਮਰਾਤਬੇ ਦੇ ਮਾਲਕ ਨੇ ਜਿਨ੍ਹਾਂ ਦਾ ਸਰੀਰ ਮਿਟਦਾ ਹੈ, ਨਾਮ ਅਮਰ ਹੋ ਜਾਂਦਾ ਹੈ। ਤੇ ਜਿਹੜੇ ਘਰ ਮੰਜੇ ਤੇ ਮਰ ਗਏ, ਉਹ ਵਡਿਆਈ ਦੇ ਬੇੜੇ ਤੇ ਚੜ੍ਹ ਨਹੀਂ ਪਾਉਂਦੇ, ਉਹਨਾਂ ਦੀਆਂ ਯਾਦਾਂ ਨਹੀਂ ਮਨਾਈਆਂ ਜਾਂਦੀਆਂ। ਇੱਥੇ ਦੋ ਸੂਰਮਿਆਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਕਰ ਗਏ। ਪਹਿਲੇ ਸੂਰੇ ਦਾ ਨਾਮ ਸੰਤ ਹੈ, ਜਿਹਨੇ ਗਿਆਨ ਖੜਗ ਲੈ ਕੇ ਵਿਕਾਰਾਂ ਨਾਲ ਜੰਗ ਲੜੀ ਤੇ ਜਿੱਤ ਗਿਆ। ਇੱਕੋ ਵਡਿਆਈ ਦੇ ਜਹਾਜ਼ ਤੇ ਚੜ੍ਹਦਾ ਹੈ, ਦੂਸਰਾ ਦੀਨ ਦੀ, ਧਰਮ ਦੀ, ਸੱਚ ਦੀ ਖਾਤਰ ਜਿਹੜਾ ਲੋਹ ਖੜਗ ਲੈ ਕੇ ਮੈਦਾਨੇ ਜੰਗ ਵਿੱਚ ਕੱਟਿਆ ਜਾਵੇ, ਵੱਢਿਆ ਜਾਵੇ, ਉਹ ਵਡਿਆਈ ਦੇ ਬੇੜੇ ਤੇ ਚੜ੍ਹਦਾ ਹੈ। ਚੌਦਾਂ ਮਾਘ 1739 ਬਿਕਰਮੀ ਸੰਮਤ ਨੂੰ ਭਾਈ ਭਗਤੇ ਦੇ ਮਾਤਾ ਜਿਉਣੀ ਦੇ ਗ੍ਰਹਿ ਵਿਖੇ ਪਿੰਡ ਪੋਹਵਿੰਡ ਅੰਮ੍ਰਿਤਸਰ ਦੇ ਲਾਹੌਰ ਦੇ ਇਲਾਕੇ ਵਿੱਚ ਇਹ ਅਗੰਮੀ ਬਰਕਤਾਂ ਦਾ ਮਾਲਕ ਇੱਕ ਬਾਲਕ ਪੈਦਾ ਹੁੰਦਾ ਹੈ। ਰੰਗ ਰੂਪ ਕਹਿੰਦੇ ਸੂਰਜ ਵਰਗਾ ਹੈ, ਨੂਰ ਬੜਾ ਹੈ ਚਿਹਰੇ ਤੇ, ਮਾਂ ਨੇ ਨਾਮ ਦੀਪ ਰੱਖਿਆ ਹੈ, ਪ੍ਰਫੁੱਲਤ ਚਿਹਰਾ ਹੈ। ਉਹਦੇ ਪਰਿਵਾਰ ਸਾਰਾ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਬਚਪਨ ਤੋਂ ਹੀ ਭਾਈ ਦੀਪ ਨੂੰ ਗੁਰਸਿੱਖੀ ਦੀ ਗੁੜਤੀ ਬਖਸ਼ੀ ਗਈ। ਅੰਮ੍ਰਿਤਸਰ ਗੁਰਾਂ ਦੇ ਗ੍ਰਹਿ ਵਿਖੇ ਦਿਦਾਰੇ ਕਰਵਾਉਣੇ, ਆਨੰਦਾਂ ਦੀ ਪੁਰੀ ਵੱਲ ਲੈ ਜਾਣਾ। ਮਾਈ ਬਾਪ ਨੇ ਗੁਰਸਿੱਖੀ ਦੇ ਨਾਲ ਬਚਪਨ ਤੋਂ ਹੀ ਜੋੜ ਦਿੱਤਾ। ਨਾਲੇ ਜਿਹੜੇ ਗੁਰਮਤੀ ਮਾਈ ਬਾਪ ਨੇ, ਉਹਨਾਂ ਦਾ ਇਹ ਸੁਭਾਅ ਹੈ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸ਼ਿਮਾਈ ਲੋਕ ਉਦੋਂ ਦਸਵੰਧ ਇਕੱਠਾ ਕਰਕੇ ਆਪਣੇ ਮੁਰਸ਼ਦ ਦੇ ਦਿਦਾਰੇ ਕਰਨ ਆਨੰਦਪੁਰ ਜਾਇਆ ਕਰਦੇ ਸਨ। ਭਾਈ ਭਗਤੇ ਹੁਣੀ ਭਾਈ ਦੀਪੇ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ। ਨਮਸਕਾਰ ਕੀਤੀ ਹੈ ਗੁਰਾਂ ਨੂੰ। ਕਹਿੰਦੇ ਐਸੇ ਦਿਦਾਰੇ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਭਾਈ ਦੀਪਾ ਗੁਰੂ ਕਾ ਹੋ ਕੇ ਰਹਿ ਗਿਆ। ਭਾਈ ਨੰਦ ਲਾਲ ਜੀ ਕਹਿੰਦੇ ਮੈਂ ਬੜੇ ਮਹਾਂਪੁਰਸ਼ਾਂ ਦੇ ਦਿਦਾਰੇ ਕੀਤੇ ਨੇ, ਆਦਮ ਦੀ ਜਾਤ ਨੂੰ ਕਰੀਬ ਹੋ ਕੇ ਤੱਕਿਆ ਹੈ। ਗੁਰੂ ਗੋਬਿੰਦ ਸਿੰਘ ਵਰਗਾ ਚਿਹਰਾ ਇਸ ਰੂਹੇ ਜ਼ਮੀਨ ਤੇ ਦੂਜਾ ਬਣਿਆ ਨਹੀਂ ਹੈ। ਉਹ ਵਡਿਆਈ ਕਰਦੇ ਹੋਏ ਕਹਿੰਦੇ ਨੇ, ਦਿਲ ਨਿਸਾਰੇ
काम तेरा नाए ऊ, ਜਾਂ ਫਿਦਾਏ ਜਾਨ ਜਾਨਸਤ ਬਸ। ਜਿਹੜਾ ਇੱਕ ਵਾਰ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਵੱਲ ਤੱਕ ਲੈਂਦਾ ਸੀ ਉਹ ਗੁਰੂ ਦਾ ਹੀ ਹੋ ਕੇ ਰਹਿ ਜਾਂਦਾ ਸੀ, ਫਿਰ ਹੋਰ ਕਿਸੇ ਜੋਗਾ ਰਹਿੰਦਾ ਨਹੀਂ ਸੀ। ਉਹ ਘਰਦਿਆਂ ਨੇ ਲਾਇਆ ਜ਼ੋਰ ਵੀ ਚੱਲ ਭਾਈ ਦੀਪਿਆ ਹੁਣ ਦਸਵੰਧ ਦੇ ਦਿੱਤਾ, ਕੁਝ ਦਿਨ ਰਹਿ ਲਿਆ, ਸੇਵਾ ਕਰ ਲਈ ਹੈ, ਘਰ ਨੂੰ ਚੱਲੀਏ। ਕਹਿੰਦਾ ਨਹੀਂ, ਮੈਂ ਗੁਰੂ ਦਾ ਹੋ ਗਿਆ। ਇਹਨੂੰ ਕਬੀਰ ਜੀ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ। ਇੱਥੇ ਆਪਣੀ ਕੋਈ ਗੱਲ ਨਾ ਰਹਿ ਗਈ, ਹਸਤੀ ਨਾ ਰਹਿ ਗਈ, ਗੁਰੂ ਦਾ ਹੋ ਕੇ ਰਹਿ ਗਿਆ ਬਾਬਾ ਦੀਪਾ। ਪਰਿਵਾਰ ਘਰ ਨੂੰ ਮੁੜ ਗਿਆ। ਸ਼ਸਤਰ ਅਤੇ ਸ਼ਾਸਤਰ ਵਿੱਦਿਆ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰ ਉੱਤੇ ਇਹ ਬਾਲਕ ਨਿਪੁੰਨ ਹੁੰਦਾ ਹੈ। ਖੰਡੇ ਦੀ ਪੌਲ ਛਕੀ। 1703 ਈਸਵੀ ਮਾਤਾ ਪਿਤਾ ਲੈਣ ਆਏ ਨੇ, ਬੇਨਤੀ ਕੀਤੀ ਮਹਾਰਾਜ ਫਰਜ਼ੰਦ ਨੂੰ ਲੈ ਜਾਈਏ, ਭਾਈ ਦੀਪਾ ਨਹੀਂ ਜਾਣਾ ਚਾਹੁੰਦੇ। ਘਰਦਿਆਂ ਦੀ ਮਮਤਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਵਾਜ਼ ਦਿੱਤੀ ਹੈ। ਅੱਜ ਭਰੇ ਦਰਬਾਰ ਵਿੱਚ ਇੱਕ ਗਾਂਡੀਵ ਮਰਦ ਤੁਰਿਆ ਆਉਂਦਾ ਹੈ, ਕਲੀਆਂ ਵਾਲਾ ਚੋਲਾ ਪਹਿਨਿਆ ਹੈ, ਕਮਰ ਕੱਸਾ ਲਾਇਆ ਹੈ, ਦਮਾਲੇ ਸੱਜੇ ਹੋਏ ਨੇ, ਸ਼ਸਤਰਾਂ ਦੇ ਨਾਲ ਲੈਸ ਹੈ, ਤੇ ਮਾਈ ਦੀਆਂ ਅੱਖਾਂ ਖੁੱਲ ਗਈਆਂ, ਇਹ ਮੇਰਾ ਦੀਪਾ ਹੈ। ਤੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਕਹਿੰਦੇ, ਮਾਈ ਤੇਰਾ ਦੀਪਾ ਸੀ, ਹੁਣ ਇਹ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਬਾਬਾ ਦੀਪ ਸਿੰਘ ਸੱਜ ਗਿਆ ਹੈ। ਇਹ ਖੰਡੇ ਦੀ ਪੌਲ ਦਾ ਧਾਰਨੀ ਬਣ ਗਿਆ ਹੈ। ਮਹਾਰਾਜ ਦੀ ਆਗਿਆ ਲੈ ਕੇ ਬਾਬਾ ਜੀ ਪੋਵਿੰਡ ਪਰਤੇ ਨੇ। ਇੱਕ ਹੁਕਮ ਕੀਤਾ ਪਾਤਸ਼ਾਹ ਨੇ, ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ। ਗੁਰੂ ਨਾਨਕ ਦੇ ਘਰ ਦੀ ਕੀਰਤੀ ਗਾਉਣੀ ਹੈ, ਆਪ ਜੁੜੇ ਹੋ, ਹੋਰਾਂ ਨੂੰ ਜੋੜਨਾ ਹੈ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਇਹ ਸਿਧਾਂਤ ਹੈ ਸਿੱਖੀ ਦਾ। ਸਿੱਖ ਜਿੱਥੇ ਬਵੇ ਉੱਥੇ ਹੀ ਧਰਮਸ਼ਾਲਾ ਬਣ ਜਾਂਦੀ ਹੈ, ਉੱਥੇ ਹੀ ਗੁਰੂ ਦੀ ਵਡਿਆਈ ਕਰਦਾ ਹੈ। 1704 ਚੜ੍ਹਿਆ, ਮਈ ਦਾ ਮਹੀਨਾ ਹੈ। ਉੱਤਰੀ ਭਾਰਤ ਦੀ ਸਾਰੀ ਫੌਜ ਖਵਾਜਾ ਮਹਿਮੂਦ ਦੇ ਨਾਲ 22 ਧਾਰ ਦੇ ਰਾਜੇ ਭੀਮ ਚੰਦ ਹੋਣੀ, ਦਿੱਲੀ ਪੱਤ ਦੀਆਂ ਫੌਜਾਂ, ਇਹ ਸੂਬਾ ਸਰਹੰਦ ਵਜ਼ੀਰ ਖਾਨ ਆਜ਼ਮ, ਇਹ ਸਾਰੇ ਇਕੱਠੇ ਹੋ ਕੇ ਰੰਗੜ ਗੁੱਜਰ ਲੁਟੇਰਿਆਂ ਨੂੰ ਲੈ ਕੇ ਆਨੰਦਾਂ ਦੀ ਪੁਰੀ ਤੇ ਆਣ ਪੈਂਦੇ ਨੇ। 7 ਮਹੀਨੇ ਘੇਰਾ ਚੱਲਿਆ। ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਵਾਲ ਵਿੰਗਾ ਨਹੀਂ ਕਰ ਸਕੇ। ਕੁਰਾਨ ਦੀਆਂ ਝੂਠੀਆਂ ਕਸਮਾਂ ਉਠਾ ਕੇ, ਗਊ ਦੀਆਂ ਕਸਮਾਂ ਖਾ ਕੇ ਗੁਰਾਂ ਨੂੰ ਬੇਨਤੀ ਕੀਤੀ ਹੈ ਵੀ ਨੰਦਾਂ ਦੀ ਪੁਰੀ ਛੱਡ ਜਾਓ, ਝਗੜਾ ਨਿਬੜੇਗਾ। इतने में इतला हुई कि कासिद काया है, सरहंद के नवाब का पैगाम लाया है। अल्लाह यार खां कहते कासिद ने बेनती की, फकीर ने गुरु गोबिंद सिंह पातशाह, फकीर दा कर्म पहला पीरी है, मीरी दी बात बाद विच। जदों पीरी प्रेम निर्माणता नूं तख्त ना समझण, फिर तलवार चुकी दी है। महाराज कहते आनंदपुर छड्डिया झगड़ा टलदा है ते छड्डो। 6 ਪੋਹ ਦੀ ਰਾਤ 1761 ਬਿਕਰਮੀ ਸੰਮਤ ਆਨੰਦਪੁਰ ਛੱਡਿਆ। 7 ਪੋਹ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਯੁੱਧ ਹੋਇਆ। 7 ਪੋਹ ਦੀਆਂ ਸ਼ਾਮਾਂ ਚਮਕੌਰ ਦੀ ਗੜੀ ਪਹੁੰਚੇ। 8 ਪੋਹ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪਿਆਰੇ ਗੁਰੂ ਕੇ ਸਿੰਘ 10 ਲੱਖ ਫੌਜ ਨਾਲ ਟਕਰਾ ਕੇ ਸ਼ਹਾਦਤ ਦੀ ਅਵਧੀ ਮਾਣ ਗਏ। 13 ਪੋਹ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਸਮੇਤ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ 10 ਲੱਖ ਦੇ ਘੇਰੇ ਨੂੰ ਤਿੱਤਰਾਂ ਵਾਂਗੂ ਉਡਾ ਕੇ ਮਾਛੀਵਾੜੇ ਪਹੁੰਚਦੇ ਨੇ। ਸਾਫ਼ ਲਿਖਿਆ ਔਰੰਗਜ਼ੇਬ ਨੂੰ, ਕਹਿੰਦੇ ਮੇਰਾ ਵਾਲ ਵਿੰਗਾ ਨਹੀਂ ਕਰ ਸਕੀ ਤੇਰੀ ਫੌਜ ਔਰੰਗਜ਼ੇਬ। ਇੱਕ ਗੱਲ ਜ਼ਿਹਨ ਵਿੱਚ ਟਿਕਾ ਲਿਓ, ਬੰਦੇ ਨੂੰ ਡਰ ਹੁੰਦਾ ਹੈ ਬੰਦਿਆਂ ਦੀ ਗਿਣਤੀ ਬਹੁਤਾਤ ਵਿੱਚ ਹੋਣ ਦਾ। ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸਾਵੇਂ 10 ਲੱਖ ਦੀ ਗਿਣਤੀ ਇਉਂ ਹੈ ਜਿਵੇਂ ਸ਼ੇਰ ਸਾਵੇਂ ਗਿੱਦੜਾਂ ਦੀ ਡਾਰ ਹੁੰਦੀ ਹੈ। ਰੰਚਕ ਮਾਤਰ ਸਮੇਂ ਵਿੱਚ ਉਡਾ ਸਕਦਾ ਹੈ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਨਥਿੰਗ ਇਜ਼ ਬਿਯੋਂਡ ਗੁਰੂ ਗੋਬਿੰਦ ਸਿੰਘ। ਇਹ ਸਮਝ ਲਿਓ, ਤੁਹਾਡੇ ਵਰਗਾ ਮਾਮੂਲੀ ਉਹ ਚੰਮ ਦਾ ਲਿਫਾਫਾ ਨਹੀਂ ਸੀ ਵੀ 10-20 ਨੇ ਢਾਲਿਆ ਹੋਣਾ ਚਮਕੌਰ ਦੀ ਗੜੀ। ਨਹੀਂ, ਖੁਰਾ ਖੋਜ ਮਿਟਾ ਕੇ ਨਿਕਲਿਆ।
ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਔਰੰਗਜ਼ੇਬ ਕਾਦਾ ਮਾਣ ਹੈ ਫੌਜਾਂ ਤੇ, ਕਉਰਾ ਗਰੂ ਰਸਤਬਾ ਮੁਲਕ ਮਾਲ ਵਾ ਮਾਰਾ ਪਨਾਸ ਯਸ ਦਾ ਅਕਾਲ। ਮੈਨੂੰ ਮਾਣ ਅਕਾਲ ਤੇ ਹੈ, ਤੈਨੂੰ ਫੌਜਾਂ ਤੇ ਹੈ। ਮਿੱਟੀ ਵਿੱਚ ਮਿਲਾ ਕੇ ਔਰੰਗਜ਼ੇਬ ਤੇਰੀਆਂ ਫੌਜਾਂ ਨਿਕਲਿਆ ਹੈ ਗੁਰੂ ਗੋਬਿੰਦ ਸਿੰਘ। ਇੱਥੋਂ ਅਗਾਂਹ ਚੱਲਦੇ ਨੇ, ਦਮਦਮਾ ਸਾਹਿਬ ਪਹੁੰਚਦੇ ਨੇ। ਖਿਦਰਾਣੇ ਦੀ ਢਾਬ ਨੂੰ ਜਿੱਤ ਕੇ ਬਾਬਾ ਦੀਪ ਸਿੰਘ ਪਹੂਵਿੰਡ ਨੇ ਖਬਰ ਮਿਲ ਗਈ, ਮਾਲਵੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸੱਜੇ ਨੇ। ਭਾਈ ਮਨੀ ਸਿੰਘ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਨੂੰ ਦਿੱਲੀ ਤੋਂ ਲੈ ਕੇ ਇੱਥੇ ਪਹੁੰਚ ਗਏ। ਭਾਈ ਮਨੀ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਇਹ ਬਾਣੀ ਧੁਰੋਂ ਆਈ ਹੈ ਤੇ ਧੁਰਕੀ ਬਾਣੀ ਦੇ ਅਰਥ ਗੁਰੂ ਆਸ਼ੇ ਅਨੁਸਾਰ ਤੁਸੀਂ ਹੀ ਕਰ ਸਕਦੇ ਹੋ। ਤੁਸੀਂ ਆਪ ਖੁਦ ਖੁਦਾ ਹੋ, ਤੁਹਾਡੇ ਦਰ ਦੀ ਬਾਣੀ ਹੈ, ਸਰਗੁਣ ਹੋ ਕੇ ਤੁਸੀਂ ਦੁਨੀਆ ਤੇ ਲਿਆਂਦੀ ਹੈ। ਇਹ ਜਿੰਨੇ ਕਰਥ ਅਸੀਂ ਕਰਦੇ ਆ ਇਹ ਤੇ ਦੁਨਿਆਵੀ ਵਿਦਿਆ ਦੇ ਅਨੁਸਾਰ ਕਰਦੇ ਆ। ਮੈਂ ਕਈ ਵਾਰ ਕਥਾਵਾਚਕਾਂ ਨੂੰ ਸੁਣਦਾ, ਉਹ ਆਖਣਗੇ ਜੀ ਅੱਜ ਮੈਂ ਗੁਰੂ ਆਸ਼ੇ ਅਨੁਸਾਰ ਅਰਥ ਕੀਤੇ ਨੇ। ਤੂੰ ਕਿਦਣ ਦਾ ਗੁਰੂ ਦੇ ਬਰਾਬਰ ਹੋ ਗਿਆ? ਇਹ ਭਾਈ ਤੇਰੀ ਵਿਦਿਆ ਹੈ, ਜਿੰਨਾ ਕਿ ਤੂੰ ਜਾਣਦਾ ਉਹਨੇ ਅਰਥ ਕਰ ਗਿਆ। ਗੁਰੂ ਦਾ ਆਸ਼ਾ ਕੀ ਹੈ, ਅਰਥ ਕੀ ਨੇ, ਇਕੱਲਾ ਗੁਰੂ ਗੋਬਿੰਦ ਸਿੰਘ ਜਾਣੇ। ਦਸੋ ਪਾਤਸ਼ਾਹੀਆਂ ਜਾਣਨ, ਖੁਦ ਖੁਦਾ ਜਾਣੇ। ਮੋਹਰ ਗੁਰੂ ਦੀ ਲਵਾ ਦਿੰਨੇ ਅਸੀਂ ਕਥਾ ਆਪਣੀ ਤੇ। ਖੈਰ ਅਸਲ ਤੁਸੀਂ ਅਰਥ ਦੱਸੋ ਜਿਹੜੇ ਮਹਾਰਾਜ ਨੇ, ਅਸੀਂ ਕੀ ਜਾਣੀਏ ਦੁਨਿਆਵੀ ਲੋਕ। ਬਾਪੂ ਕਹਿੰਦਾ ਜਾਓ ਫਿਰ ਧੀਰ ਮੱਲੀਆਂ ਕੋਲੋਂ ਸਰੂਪ ਪਿਆ ਹੈ ਜੋ ਭਾਈ ਗੁਰਦਾਸ ਜੀ ਨੇ 1661 ਬਿਕਰਮੀ ਸੰਮਤ ਨੂੰ ਰਾਮਸਰ ਗੁਰੂ ਅਰਜਨ ਸਾਹਿਬ ਦੇ ਹੁਕਮ ਵਿੱਚ ਲਿਖਿਆ, ਉਹ ਬੀੜ ਲੈ ਆਓ। ਸਿੱਖ ਬੀੜ ਲੈਣ ਗਏ ਤੇ ਧੀਰ ਮੱਲੀਆਂ ਨੇ ਅੱਗੋਂ ਇੱਕ ਮਿਹਣਾ ਮਾਰਿਆ ਸੀ, ਉਹ ਇਹ ਤੁਹਾਡਾ ਗੁਰੂ ਤੇ ਕਹਿੰਦਾ ਹੈ ਗੁਰੂ ਨਾਨਕ ਦਾ 10ਵਾਂ ਜਾਮਾ ਹੈ ਤੇ ਤੁਸੀਂ ਰੋਜ਼ ਇੱਕ ਹੋਕਾ ਦਿੰਦੇ ਹੋ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਬਈ ਜੋਤ ਉਹੀ ਹੈ, ਜਾਮੇ ਬਦਲੇ ਨੇ। ਤੇ ਜੇ ਜੋਤ ਉਹੀ ਹੈ ਤੇ ਗੁਰੂ ਨਾਨਕ ਨੇ ਕਿਧਰਿਓਂ ਇਹ ਬਾਣੀ ਮੰਗ ਕੇ ਨਹੀਂ ਲਿਆਂਦੀ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਤੇ ਜੇ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦਾ ਰੂਪ ਹੈ, ਨਾਲੇ ਦਾਵਾ ਕਰਦਾ ਹੈ ਦਸਮ ਗ੍ਰੰਥ ਵਿੱਚ, ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹੇ ਹੋ ਜਗ ਮਾਹੇ। ਬੋਲ ਤੇ ਗੁਰੂ ਨਾਨਕ ਵਾਲੇ ਵਰਤਦਾ ਹੈ। ਅੱਜ ਬੀੜ ਦੀ ਕੀ ਲੋੜ ਪੈ ਗਈ? ਗਲੂਏ ਮੁਬਾਰਕ ਚੋਂ ਬਾਣੀ ਪ੍ਰਗਟ ਕਰ ਲਵੇ। ਤੌਹੀਨ ਕੀਤੀ ਸਿੰਘਾਂ ਦੀ, ਸਿੰਘ ਵਾਪਸ ਗਏ ਦਮਦਮਾ ਸਾਹਿਬ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਾ ਕੇ ਸ਼ਿਕਾਇਤ ਕੀਤੀ ਹੈ, ਮਹਾਰਾਜ ਤੁਹਾਡੀ ਅਜ਼ਮਤ ਤੇ ਤਰਕ ਕਰ ਦਿੱਤਾ ਹੈ, ਕੀ ਤੁਹਾਡੇ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਹੈ? ਜੋਤ ਵਿਗਾਸ ਦੇ ਬੋਲ ਨੇ। ਫਾਰਸੀ ਵਿੱਚ ਗੁਰੂ ਗੋਬਿੰਦ ਸਿੰਘ ਗਰਜੇ, ਹਾਮੂ ਗੁਰੂ ਗੋਬਿੰਦ ਸਿੰਘ ਹਾਮੂ ਨਾਨਕ ਅਸਤ ਹਮਾ ਸ਼ਬਦੇਉ ਜ਼ਹਰੂ ਮਾਨਕ ਅਸਤ। ਮੈਂ ਹੀ ਖੁਦਾ, ਮੈਂ ਹੀ ਗੁਰੂ ਤੇਗ ਬਹਾਦਰ, ਮੈਂ ਹੀ ਗੁਰੂ ਨਾਨਕ, ਮੈਂ ਹੀ ਗੁਰੂ ਗੋਬਿੰਦ ਸਿੰਘ ਤੇ ਮੈਂ ਹੀ ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਹਾਂ। ਮੈਂ ਹੀ ਨਿਰਆਕਾਰ, ਮੈਂ ਹੀ ਸਰਗੁਣ ਹਾਂ। ਰੰਚਕ ਮਾਤਰ ਸਾਡੇ ਦਰਮਿਆਨ ਕੋਈ ਫਰਕ ਨਹੀਂ ਹੈ। ਅੱਜ ਇਹਨਾਂ ਦਾ ਜਿਹੜਾ ਵਹਿਮ ਹੈ ਧੀਰ ਮੱਲੀਆਂ ਦਾ, ਉਹ ਕੱਢ ਦੇਵਾਂਗੇ। ਭਾਈ ਮਨੀ ਸਿੰਘ ਜੀ ਚੌਂਕੜਾ ਲਾਓ, ਬਾਬਾ ਦੀਪ ਸਿੰਘ ਜੀ ਕਲਮਾ ਘੜ ਕੇ ਲਿਆਓ, ਸ਼ਾਹੀ ਤਿਆਰ ਕਰੋ। 18 10 20 ਖਸਮ ਦੀ ਬਾਣੀ ਅੱਜ ਖਸਮ ਦਾ ਸਰਗੁਣ ਸਰੂਪ ਪ੍ਰਗਟ ਕਰੇਗਾ। ਇੱਕ ਓੰਕਾਰ ਤੋਂ ਆਗਾਜ਼ ਕੀਤਾ ਗਿਆ। 18 10 20 ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਦਰਜ ਕਰਕੇ ਰਾਗ ਮਾਲਾ ਤੇ ਸਮਾਪਤੀ ਕੀਤੀ ਗਈ। 9 ਮਹੀਨੇ ਤੋਂ ਉੱਪਰ ਸਮਾਂ ਲੱਗਿਆ ਹੈ। ਇਹ ਨਾ ਸਮਝਿਓ ਵੀ ਕੱਲੀ ਉਹ ਇੱਕ ਬੀੜ ਹੀ ਮੌਜੂਦ ਸੀ ਗੁਰਾਂ ਦੇ ਵੇਲੇ, ਭਾਈ ਗੁਰਦਾਸ ਵਾਲੀ। ਇਦਾਂ ਨਹੀਂ ਹੈ। ਅਸਲ ਦੇ ਵਿੱਚ ਡਰੌਲੀ ਵਿਖੇ ਇੱਕ ਹੋਰ ਬੀੜ ਮੌਜੂਦ ਸੀ ਜੋ ਨੰਦ ਚੰਦ ਨੇ ਪੌਂਟਾ ਸਾਹਿਬ ਤੋਂ ਸਾਧਾਂ ਪਾਸੋਂ ਲਿਖਵਾ ਕੇ ਲਿਆਂਦੀ ਸੀ। ਇੱਕ ਭਾਈ ਬੰਨੋ ਵਾਲੀ ਬੀੜ ਮੌਜੂਦ ਸੀ। ਜਦੋਂ ਭਾਈ ਗੁਰਦਾਸ ਜੀ ਨੇ ਬੀੜ ਲਿਖੀ ਹੈ, ਗੁਰੂ ਅਰਜਨ ਸਾਹਿਬ ਦੇ ਹੁਕਮ ਵਿੱਚ ਭਾਈ ਬੰਨੋ ਲਾਹੌਰ ਜਿਲਦ ਬਣਵਾਉਣ ਲਈ ਲੈ ਗਿਆ, ਉਹਨੇ ਨਕਲ ਕਰ ਲਈ। ਬੀੜਾਂ ਮੌਜੂਦ ਨੇ। ਨਾਲੇ ਸਿੱਖਾਂ ਦਾ ਪ੍ਰੇਮ ਐਸਾ ਸੀ ਗੁਰਾਂ ਨਾਲ, ਜੋ ਗਲੂਏ ਚੋਂ ਬਚਨ ਕੱਢਦੇ ਸੀ ਮਹਾਰਾਜ, ਉਹ ਲਿਖਣ ਲੱਗ ਪੈਂਦੇ ਸਨ। ਬਾਬਾ ਬਿਧੀ ਚੰਦ ਨੇ ਕੁਝ ਬਾਣੀ ਲਿਖੀ ਹੋਈ ਹੈ। ਸੋ ਇਦਾਂ ਬਾਣੀ ਸਿੱਖ ਲਿਖ ਲੈਂਦੇ ਸਨ। ਦਰਅਸਲ ਜੇ ਹੁਣ ਬੀੜਾਂ ਮੰਗਵਾ ਕੇ ਮਹਾਰਾਜ ਅਰਥ ਕਰਦੇ ਤੇ ਇਹ
ਲੋਕਾਈ ਵਿੱਚ ਵਹਿਮ ਰਹਿ ਜਾਣਾ ਸੀ ਵੀ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਰੂਪ ਨਹੀਂ, ਇਹਨੇ ਬਾਣੀ ਖਸਮ ਤੋਂ ਨਹੀਂ ਮੰਗਵਾਈ, ਬੀੜਾਂ ਤੋਂ ਨਕਲ ਮਾਰ ਕੇ ਅਰਥ ਕਰਵਾ ਰਿਹਾ ਹੈ। ਅੱਜ ਕਰਾਮਾਤ ਵਿਖਾਉਣੀ ਹੈ, ਅੱਜ ਅਜ਼ਮਤ ਵਿਖਾਉਣੀ ਹੈ। ਜਦੋਂ ਆਪਣੀ ਅਜ਼ਮਤ ਦੇ ਨਾਲ ਇੱਕ ਓੰਕਾਰ ਤੋਂ ਸਾਰੀ ਬਾਣੀ ਪ੍ਰਗਟ ਕਰਕੇ ਰਾਗ ਮਾਲਾ ਤੱਕ ਲਿਖਵਾਈ, ਜੈ ਜੈਕਾਰ ਦੇ ਨਾਰੇ ਬੁਲੰਦ ਹੋਏ ਦਮਦਮੇ ਦੀ ਧਰਤੀ ਤੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ। ਗੁਰੂ ਖੁਦ ਖੁਦਾ ਹੈ, ਗੁਰੂ ਇਜ਼ ਦਾ ਸੁਪਰੀਮ ਲਾਰਡ। ਗੁਰੂ ਜੋ ਚਾਹੇ ਹੋ ਸਕਦਾ, ਗੁਰੂ ਇਜ਼ ਆਲ ਪਾਵਰਫੁਲ। ਬਾਣੀ ਕਹਿੰਦੀ ਹੈ ਗੁਰੂ ਜੋ ਮਰਜ਼ੀ ਕਰ ਸਕਦਾ ਹੈ, ਗੁਰੂ ਕਿਸੇ ਸਿਧਾਂਤ ਦਾ ਬੱਝਾ ਨਹੀਂ। ਇਤਿਹਾਸ ਦੇ ਬੋਲ ਨੇ, ਗਿਆਨੀ ਗਿਆਨ ਸਿੰਘ ਕਹਿੰਦੇ, ਬੀੜ ਆਦ ਗੁਰ ਗ੍ਰੰਥ ਕੀ ਨਈ ਕਰੀ ਯਉ ਤਿਆਰ, ਯਹੀਂ ਤੇ ਕਹਿਲਾਤ ਵਹ। ਬੀੜ ਦਮਦਮੇ ਵਾਰ, ਦਮਦਮੇ ਵਾਲੀ ਬੀੜ ਉਹ ਪ੍ਰਗਟ ਹੋਈ ਉੱਥੇ ਜੋ ਲਿਖਵਾਈ ਸੀ। ਹੁਕਮਨਾਮਾ ਆਇਆ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਣ ਤੁਹਾਰੀ। ਭਾਈ ਮਨੀ ਸਿੰਘ ਹੁਣਾ ਇਹ ਵਾਕ ਲਿਆ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਰਾਮ ਕੌਰ, ਬਾਬਾ ਕਾਹਨ ਸਿੰਘ, ਬਾਬਾ ਵਿਨੋਦ ਸਿੰਘ, ਬਾਬਾ ਗੁਰਬਖਸ਼ ਸਿੰਘ ਆਦਿਕ ਤਕਰੀਬਨ 48 ਕੁ ਸਿੰਘਾਂ ਨੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਕੋਲੋਂ ਅਰਥ ਸੁਣੇ ਨੇ। ਮਹਾਰਾਜ ਨੇ ਦੱਖਣ ਵੱਲ ਨੂੰ ਤਿਆਰੀ ਕਰਨੀ ਹੈ, ਸਾਰਿਆਂ ਸਿੰਘਾਂ ਝੋਲੀਆਂ ਅੱਡ ਅੱਡ ਕੇ ਬਖਸ਼ਿਸ਼ਾਂ ਲਈਆਂ। ਵਾਰੀ ਆਈ ਬਾਬਾ ਦੀਪ ਸਿੰਘ ਦੀ, ਝੋਲੀ ਅੱਡ ਕੇ ਬਾਪੂ ਦੇ ਅੱਗੇ ਬੈਠਾ ਹੈ, ਬੇਨਤੀ ਕਰਨ ਲੱਗਾ, ਐ ਖੁਦ ਖੁਦਾ ਗੁਰੂ ਗੋਬਿੰਦ ਸਿੰਘ, ਜਿਹੜੀ ਅਮੁੱਲੀ ਦਾਤ ਮੈਨੂੰ ਸਿੱਖੀ ਦੀ ਤੁਸੀਂ ਬਖਸ਼ੀ ਹੈ, ਮੈਂ ਬੇਨਤੀ ਕਰਦਾ ਹਾਂ, ਅਰਦਾਸ ਕਰਦਾ ਹਾਂ ਤੁਹਾਡੇ ਕਦਮਾਂ ਦੇ ਵਿੱਚ ਮੇਰੀ ਸਿੱਖੀ ਦੇ ਨਾਲ ਨਿਭ ਜਾਵੇ, ਮੇਰੀ ਅੰਤਲੇ ਸਵਾਸਾਂ ਤੱਕ ਗੁਰੂ ਘਰ ਨਾਲ ਨਿਭ ਜਾਵੇ। ਕਿਸੇ ਰੌਂ ਵਿੱਚ ਆਇਆ ਤਰੁੱਠਿਆ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਕਹਿੰਦਾ, ਭਾਈ ਦੀਪ ਸਿੰਘ, ਇਹ ਜਿਹੜਾ ਸਿੱਖੀ ਨਿਭਾਉਣ ਵਾਲਾ ਰਸਨਾ ਤੋਂ ਤੂੰ ਅੱਜ ਪਰਣ ਪ੍ਰਗਟ ਕੀਤਾ ਏ, ਮੌਤ ਆ ਜਾਵੇ ਤੇਰਾ ਸਿਰ ਧੜ ਨਾਲੋਂ ਕੱਟਿਆ ਜਾ ਸਕਦਾ ਹੈ, ਪਰ ਤੇਰੇ ਪਰਣ ਨੂੰ ਕੱਟਣ ਵਾਲਾ ਕੋਈ ਪੈਦਾ ਨਹੀਂ ਹੋਇਆ। ਤੇਰੇ ਬਚਨ ਅਟਲ ਅਸ਼ੇਦ ਹੋਣਗੇ। ਤੇ ਜਦੋਂ ਗੁਰਾਂ ਦਾ ਬਚਨ ਹੋ ਜਾਵੇ ਤੇ ਬਾਣੀ ਕਹਿੰਦੀ ਹੈ, ਗੁਰ ਕਾ ਬਚਨ ਨਾ ਕਤਹੂ ਜਾਏ, ਗੁਰ ਕਾ ਬਚਨ ਅਟਲ ਅਸ਼ੇਦ। ਗੁਰੂ ਦੇ ਬਚਨ ਕੱਟੇ ਨਹੀਂ ਜਾ ਸਕਦੇ। ਮਾਈ ਗੁਰੂਜ਼ ਵਰਡਸ ਆਰ ਇਨਫੋਲੇਬਲ। ਉਹ ਬਚਨ ਡਿੱਗਦੇ ਨਹੀਂ, ਢਹਿੰਦੇ ਨਹੀਂ, ਸਦਾ ਅਟਲ ਰਹਿੰਦੇ ਨੇ। ਖੈਰ ਮਹਾਰਾਜ ਬਖਸ਼ਿਸ਼ਾਂ ਕਰਕੇ ਚਾਲੇ ਪਾ ਗਏ। ਦੱਖਣ ਪਹੁੰਚੇ, ਇੱਕ ਬਾਬਾ ਲੋਕੇ ਦਿਨ ਕੱਟਦਾ ਸੀ, ਨਾਮ ਹੈ ਉਹਦਾ ਮਾਧੋ ਦਾਸ। ਮੈਂ ਇਹ ਲਫ਼ਜ਼ ਤਾਂ ਵਰਤ ਰਿਹਾ, ਕਈ ਕਹਿੰਦੇ ਉਹ ਵੈਰਾਗੀ ਸੀ ਜੀ। ਸਾਡੇ ਵੈਰਾਗੀ ਨੇ ਭਾਰਤ ਵਰਸ਼ ਚੋਂ ਮੁਗਲੀਆ ਸਲਤਨਤ ਦਾ ਤਖਤ ਪੁੱਟਿਆ। ਬਾਬਾ ਜਿੰਨੇ ਦਿਨ ਵੈਰਾਗੀ ਸੀ, ਕੁੱਲੀ ਵਿੱਚ ਵੜ ਕੇ ਦਿਨ ਕੱਟਦਾ ਸੀ ਜੰਗਲ। ਜੇ ਗਾਂਡੀਵ ਸੂਰਾ ਹੁੰਦਾ ਤੇ ਜੰਜੂ ਲੈ ਰਹੇ ਨੇ ਹਿੰਦੂ ਵੀਰਾਂ ਦੇ, ਤੇ ਸਾਵੇਂ ਹੋ ਕੇ ਔਰੰਗਜ਼ੇਬ ਨਾਲ ਟੱਕਰ ਲੈਂਦਾ, ਨਾ ਕਿ ਕੁੱਲੀ ਵਿੱਚ ਦਿਨ ਕੱਟਦਾ। ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਹੁੰਚੇ ਨੰਦੇੜ ਦੀ ਧਰਤੀ ਤੇ, ਗਲੇ ਵਿੱਚ ਲੈ ਕੇ ਆਖਿਆ, ਮਾਧੋ ਦਾਸਾ, ਜੰਜੂ ਲੈ ਰਹੇ ਨੇ, ਜ਼ੁਲਮ ਕਰ ਰਿਹਾ ਹੈ ਔਰੰਗਜ਼ੇਬ। ਬਹਾਦਰ ਸ਼ਾਹ ਤਖਤੋ ਤਾਜ ਤੇ ਬਹਿ ਗਿਆ ਹੈ ਅੱਜ। ਕੋਈ ਬਦਲਾ ਨਹੀਂ ਆਇਆ। ਹਿੰਦੂ ਵੀਰਾਂ ਦੇ ਮਜ਼ਲੂਮ ਦੇ ਲਹੂ ਦੇ ਕਤਰਿਆਂ ਨਾਲ ਭਾਰਤ ਵਰਸ਼ ਦਾ ਇਤਿਹਾਸ ਰੰਗਿਆ ਪਿਆ ਹੈ। ਤੂੰ ਲੋਕੇ ਦਿਨ ਕੱਟ ਰਿਹਾ। ਮੈਂ ਖਾਲਸਾ ਪੰਥ ਸਾਜਿਆ ਹੈ, ਆ ਖਾਲਸਾ ਪੰਥ ਵਿੱਚ ਸ਼ਾਮਲ ਹੋ ਕੇ ਮੁਗਲੀਆ ਸਲਤਨਤ ਦੀ ਇੱਟ ਨਾਲ ਇੱਟ ਖੜਕਾ। ਤੇ ਬਾਬਾ ਅੱਗੋਂ ਕਹਿੰਦਾ, ਜੇ ਇੰਨੇ ਜੋਗੇ ਹੁੰਦੇ ਤੇ ਜੰਗਲਾਂ 'ਚ ਲੋਕੇ ਦਿਨ ਕੱਟਦੇ। ਬਾਪੂ ਨੇ ਦਿੱਤਾ ਥਾਪੜਾ, ਕਹਿੰਦੇ, ਵੈਰਾਗੀਆ, ਅੱਜ ਸਿੰਘ ਸਜਾਉਣ ਲੱਗਾ, ਤੈਨੂੰ ਖੰਡੇ ਦੀ ਪੌਲ ਬਖਸ਼ੀ। ਥਾਪੜਾ ਦਿੱਤਾ, ਕਹਿੰਦੇ ਹੁਣ ਤਿਆਰ ਹੈ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ। ਖੇੜੇ ਵਿੱਚ ਆਇਆ ਬਾਪੂ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ। ਮਾਧੋ ਦਾਸ ਗੁਰੂ ਕਾ ਬੰਦਾ ਬਣ ਕੇ ਆਖਣ ਲੱਗਾ, ਸਰਹੰਦ ਦੀ ਇੱਟ ਨਾਲ ਇੱਟ ਤੇ ਕੀ ਬਾਪੂ, ਤੇਰਾ ਥਾਪੜਾ ਹੋਵੇ ਤੇ ਇੰਦਰ ਦੇਵ ਨੂੰ ਬੰਨ ਕੇ ਤੇਰੇ ਚਰਨਾਂ ਵਿੱਚ ਸੁੱਟ ਦਿਆਂ। ਇਹਨੂੰ ਬਾਣੀ ਨੇ ਬਿਆਨ ਕੀਤਾ ਹੈ।
ਸਤਿਗੁਰ ਮੇਰਾ ਤਾਣ ਨਿਤਾਣ, ਮਾਈ ਗੁਰੂ ਇਜ਼ ਪਾਵਰ ਆਫ ਦਾ ਪਾਵਰਲੈਸ। ਜਿਨ੍ਹਾਂ ਦੇ ਪੱਲੇ ਕੱਖ ਨਹੀਂ ਉਹਨਾਂ ਨੂੰ ਸੁਮੇਰ ਪਰਬਤ ਬਣਾ ਦਿੰਦਾ ਹੈ ਬਾਪੂ। ਕੁਝ ਨਹੀਂ ਸੌਰਿਆ ਉਸ ਮਾਧੋ ਦਾਸ ਤੋਂ। ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ, 700 ਸਾਲ ਦਾ ਪੁਰਾਣਾ ਰਾਜ ਭਾਗ ਮੁਗਲਿਆ ਸਲਤਨਤ ਦਾ, ਸਰਹੰਦ ਤੇ ਕਾਬਜ ਨੇ ਇਹ ਲੋਕ ਇੱਟ ਨਾਲ ਇੱਟ ਖੜਕਾਈ ਸਰਹੰਦ ਦੀ। ਗੁਰਾਂ ਨੇ ਜਦੋਂ ਤੋਰਿਆ ਸੀ ਇਹਨੂੰ ਨੰਦੇੜ ਤੋਂ ਪੰਜਾਬ ਵੱਲ, ਸਿੱਖਾਂ ਨੂੰ ਹੁਕਮਨਾਮੇ ਭੇਜੇ। ਇੱਕ ਹੁਕਮਨਾਮਾ ਦਮਦਮੇ ਦੀ ਧਰਤੀ ਤੇ ਪਹੁੰਚਦਾ ਹੈ ਬਾਬਾ ਦੀਪ ਸਿੰਘ ਨੂੰ ਲੈ ਕੇ, ਸਿੰਘਾਂ ਨੂੰ ਨਾਲ। ਚੱਪੜ ਚਿੜੀ ਦੇ ਮੈਦਾਨ ਵਿੱਚ ਸੂਰਮਾ ਗੱਜਿਆ। ਐਸਾ ਮਹਾਨ ਯੁੱਧ ਲੜਿਆ ਬਾਬਾ ਦੀਪ ਸਿੰਘ ਨੇ। ਸਮੁੱਚੇ ਖਾਲਸਾ ਪੰਥ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਤਖਤ ਕੇਸਗੜ੍ਹ ਸਾਹਿਬ ਵਿਖੇ ਜ਼ਿੰਦਾ ਸ਼ਹੀਦ ਦਾ ਖਿਤਾਬ ਬਾਬਾ ਦੀਪ ਸਿੰਘ ਜੀ ਨੂੰ ਦਿੱਤਾ। ਸਮਾਂ ਆਇਆ, ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ। ਬਾਬਾ ਦੀਪ ਸਿੰਘ ਦਮਦਮਾ ਸਾਹਿਬ ਪਹੁੰਚੇ ਨੇ। ਇੱਥੇ ਵਾਪਸ ਤਾਂ ਮੁੜੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚੱਲੇ ਸਨ ਦੱਖਣ ਵੱਲ ਨੂੰ। ਬਾਬਾ ਦੀਪ ਸਿੰਘ ਨੇ ਕਿਹਾ ਸੀ, ਮਹਾਰਾਜ ਮੇਰੀ ਸੇਵਾ ਕੀ ਲਾਉਂਦੇ ਹੋ? ਕਹਿੰਦੇ ਦੀਪ ਸਿੰਘ ਜੀ, ਜਿਵੇਂ ਟਕਸਾਲ ਦੇ ਵਿੱਚ ਖੋਟੇ ਖਰੇ ਕੀਤੇ ਜਾਂਦੇ ਨੇ ਨਾ, ਸਿੱਕੇ ਘੜੇ ਜਾਂਦੇ ਨੇ, ਤੇਰੇ ਕੋਲ ਜਗਿਆਸੂ ਆਉਣਗੇ। ਤੂੰ ਗਿਆਨੀ ਘੜਨੇ ਨੇ, ਵਿਦਵਾਨ ਘੜਨੇ ਨੇ, ਜਿਹੜੇ ਸਿੱਖੀ ਨੂੰ ਪ੍ਰਫੁੱਲਤ ਰੱਖਣ। ਇਉਂ 1763 ਬਿਕਰਮੀ ਸੰਮਤ ਦੇ ਵਿੱਚ 1706 ਈਸਵੀ ਨੂੰ ਅਗਸਤ ਦੇ ਮਹੀਨੇ ਦਮਦਮੀ ਟਕਸਾਲ ਦਾ ਆਗਾਜ਼ ਹੋਇਆ। ਟਕਸਾਲ ਕਹਿੰਦੇ ਨੇ ਸਿੱਕੇ ਘੜਨ ਵਾਲੀ ਉਹ ਫੈਕਟਰੀ ਕਹਿ ਲਓ। ਗਿਆਨੀ ਘੜੇ ਜਾਂਦੇ ਨੇ ਜਿੱਥੇ। ਹੁਣ ਇਹ ਟਕਸਾਲ ਚੱਲ ਕਿੱਥੇ ਰਹੀ ਹੈ? ਦਮਦਮੇ। ਉਹ ਨਾਮ ਦਮਦਮੀ ਟਕਸਾਲ ਪੈ ਗਿਆ। ਖੈਰ, ਬਾਬਾ ਦੀਪ ਸਿੰਘ ਗੁਰਾਂ ਦੇ ਹੁਕਮ ਵਿੱਚ ਫਿਰ ਉੱਥੇ ਬਹਿ ਗਏ। ਦਮਦਮੀ ਟਕਸਾਲ ਦੇ ਵਿੱਚ ਬੜੇ ਬੜੇ ਗਿਆਨੀ ਜਨ, ਉਹਨਾਂ ਨੇ ਘੜੇ ਹੱਥੀਂ ਬਾਣੀ ਲਿਖੀ। ਵੈਸੇ ਵਿਦਵਾਨ ਕਹਿੰਦੇ ਨੇ 4 ਸਰੂਪ ਜਿਹੜੇ ਗੁਰਮੁਖੀ ਵਿੱਚ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਲਿਖੇ, ਨਾਲ ਇੱਕ 5ਵਾਂ ਪਰਸ਼ੀਅਨ ਵਿੱਚ ਵੀ ਉਹਨਾਂ ਸਰੂਪ ਲਿਖਿਆ ਸੀ। 4 ਸਰੂਪ ਜਿਹੜੇ ਨੇ ਹੱਥੀਂ ਲਿਖੇ, ਔਰ ਇਹਨਾਂ 4 ਸਰੂਪਾਂ ਨੂੰ ਇੱਕ ਇੱਕ ਕਰਕੇ 4 ਤਖਤਾਂ ਤੇ ਭੇਜ ਦਿੱਤਾ। 2 ਸੇਰ ਸੋਨੇ ਦੀ ਸ਼ਾਹੀ ਨਾਲ ਜਿਹੜਾ ਸਰੂਪ ਲਿਖਿਆ ਮਹਾਰਾਜ ਦਾ, ਉਹ ਅਕਾਲ ਤਖਤ ਸਾਹਿਬ ਭੇਜਿਆ। ਦੂਜੀ ਬੀੜ ਕੇਸਗੜ੍ਹ ਸਾਹਿਬ, ਤੀਜੀ ਪਟਨਾ ਸਾਹਿਬ, ਚੌਥੀ ਹਜੂਰ ਸਾਹਿਬ ਭੇਜੀ। 11 ਸਾਲ ਕਲਮ ਚੁੱਕ ਕੇ ਬੇਅੰਤ ਪੋਥੀਆਂ, ਬੇਅੰਤ ਗੁੜਕੇ ਸਾਹਿਬ ਬਾਬਾ ਜੀ ਨੇ ਹੱਥੀਂ ਲਿਖੇ। ਐਵੇਂ ਥੋੜਾ ਬਾਣੀ ਵਿੱਚ ਆਉਂਦਾ ਹੈ, ਗੁਰਬਾਣੀ ਲਿਖ ਪੋਥੀਆ, ਤਾਲ ਮਿਰਦੰਗ ਰਬਾਬ ਵਜਾਵੇ। ਸਿੱਖਾਂ ਦਾ ਇਹ ਕਰਮ ਹੈ। ਗੁਰ ਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੇ। ਇਹ ਹਾਥਿਓਂ ਸਫਲੇ ਕਰਦੇ ਨੇ, ਗੁਰਮੁਖ ਬਾਣੀ ਲਿਖਦੇ ਨੇ, ਪੱਖਾ ਝਲਦੇ ਨੇ, ਗੁਰੂ ਘਰ ਪੋਚਾ ਦਿੰਦੇ ਨੇ, ਸੇਵਾ ਕਰਦੇ ਨੇ। ਸਭ ਤੋਂ ਵੱਧ ਕੇ ਫਲ ਬਾਣੀ ਲਿਖ ਕੇ ਵਰਤਾਉਣ ਦਾ ਹੈ। ਬਾਬਾ ਦੀਪ ਸਿੰਘ ਨੇ ਬੇਅੰਤ ਬਾਣੀ ਲਿਖੀ। ਦੇਖੋ 1748 ਈਸਵੀ 1805 ਬਿਕਰਮੀ ਸੰਮਤ ਦਾ ਸਮਾਂ। ਹੁਣ ਸ਼ਹੀਦਾਂ ਦੀ ਮਿਸਲ ਦੇ ਪਹਿਲੇ ਮੁਖੀ ਕਿਵੇਂ ਬਣਦੇ ਨੇ? ਦਮਦਮੀ ਟਕਸਾਲ ਦਾ ਆਗਾਜ਼ ਤੇ ਕਰ ਦਿੱਤਾ, ਪਹਿਲੇ ਮੁਖੀ ਤੇ ਬਣ ਗਏ। ਅਸਲ ਦੇ ਵਿੱਚ 65 ਛੋਟੇ ਛੋਟੇ ਜਥੇ ਸਨ ਭਾਰਤ ਵਰਸ਼ ਵਿੱਚ ਸਿੱਖਾਂ ਦੇ। 12 ਜਥਿਆਂ ਵਿੱਚ ਸੰਗਠਿਤ ਕੀਤੇ ਗਏ। 12 ਚੋਂ ਇੱਕ ਸ਼ਹੀਦਾਂ ਦੀ ਮਿਸਲ ਬਣਾਈ ਗਈ, ਜਿਹਦੇ ਸਰਦਾਰ ਬਾਬਾ ਦੀਪ ਸਿੰਘ ਨੂੰ ਬਣਾਇਆ ਗਿਆ। ਇਉਂ ਟਕਸਾਲ ਦੇ ਨਾਲ ਨਾਲ ਸ਼ਹੀਦਾਂ ਦੀ ਮਿਸਲ ਦੇ ਵੀ ਉਹ ਮੁਖੀ ਬਣੇ। ਅਹਿਮਦ ਸ਼ਾਹ ਦੁਰਾਨੀ ਉਦੋਂ ਗੱਜ ਰਿਹਾ ਹੈ। ਮੁਲਤਾਨ ਵਿੱਚ ਪੈਦਾ ਹੋਇਆ, ਸੁੰਨੀ ਇਸਲਾਮ ਦਾ ਧਾਰਨੀ, ਅਬਦਾਲੀ ਕਰਕੇ ਪ੍ਰਸਿੱਧ ਹੈ। ਨਾਦਰ ਸ਼ਾਹ ਅਫਸਾਰ 1747 ਵਿੱਚ ਮੋਇਆ। ਉਹਦੇ ਤਖਤ ਤੇ ਬੈਠਾ ਦੁਰਾਨੀ ਅੰਪਾਇਰ, ਸਭ ਤੋਂ ਤਾਕਤਵਰ ਪਠਾਣਾ ਦੀ ਡਾਇਨੈਸਟੀ ਇਹਨੇ ਖੜੀ ਕੀਤੀ ਹੈ। 1747 ਦਸੰਬਰ 1748 ਦਾ ਸ਼ੁਰੂਆਤ ਸਮਾਂ 1767 ਤਾਈਂ ਤਕਰੀਬਨ ਇਸ ਬੰਦੇ ਨੇ 20 ਸਾਲਾਂ ਦੇ ਵਿੱਚ 7-8 ਵੱਡੇ ਹਮਲੇ ਭਾਰਤ ਵਰਸ਼ ਤੇ ਕੀਤੇ ਨੇ। 40-40 ਹਜ਼ਾਰ ਫੌਜ ਲੈ ਕੇ ਚੜ੍ਹਦਾ ਰਿਹਾ। ਭਾਰਤ ਵਰਸ਼ ਵਿੱਚ ਇੱਕ ਹੋਰ ਬੜੀ ਵੱਡੀ ਤਾਕਤ ਸੀ, ਮਰਾਠਾ ਅੰਪਾਇਰ। ਬੜਾ ਮਾਣ ਸੀ ਆਪਣੇ ਬਾਹੂਬਲ ਤੇ। ਅਬਦਾਲੀ ਦੇ ਨਾਲ ਬੈਟਲ ਆਫ ਪਾਣੀਪਤ ਦੇ ਵਿੱਚ ਭਿੜਦੇ ਨੇ। ਇੱਕ ਬਨੇ ਦੁਰਾਨੀ
ਫੋਰਸਿਸ ਨੇ, ਦੂਜੇ ਬੰਨੇ ਮਰਾਠਿਆਂ ਦੀ ਫੌਜ ਹੈ। ਮਰਾਠਿਆਂ ਦਾ ਖੁਰਾ ਖੋਜ ਮਿਟਾ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੇ। ਇਹਨਾਂ ਦੀਆਂ ਧੀਆਂ ਭੈਣਾਂ ਗ੍ਰਿਫਤ ਵਿੱਚ ਲੈ ਕੇ ਗਜ਼ਨੀ ਦੀਆਂ ਮੰਡੀਆਂ ਵੱਲ ਵਧਣ ਲੱਗਾ। ਉਸ ਤੋਂ ਪਹਿਲਾਂ ਹੀ ਮਿਸਲਾਂ ਦੇ ਜਥੇਦਾਰਾਂ ਨੇ, ਸਿੰਘਾਂ ਨੇ ਅਬਦਾਲੀ ਨਾਲ ਟੱਕਰ ਲੈ ਕੇ ਸੈਂਕੜੇ ਮਾਈਆਂ ਨੂੰ ਛੁਡਵਾਉਣਾ ਕੀਤਾ, ਭਾਰਤ ਵਰਸ਼ ਦੀ ਇੱਜ਼ਤ ਨੂੰ ਬਚਾਉਣਾ ਕੀਤਾ। ਇਹਦਾ ਫਰਜ਼ੰਦ ਸੀ ਤੈਮੂਰ ਸ਼ਾਹ ਦੁਰਾਨੀ। 1757 ਦੇ ਵਿੱਚ ਜਦੋਂ ਇਹ ਭਾਰਤ ਵਰਸ਼ ਤੇ ਹਮਲਾ ਕਰਦਾ ਹੈ, ਦਿੱਲੀ ਨੂੰ ਲੁੱਟ ਕੇ ਲਾਹੌਰ ਵੱਲ ਨੂੰ ਵੱਧਦਾ ਹੈ, ਰਸਤੇ ਦੇ ਵਿੱਚ ਮਿਸਲਾਂ ਦੇ ਸਿੰਘਾਂ ਨੇ ਇਸ ਨੂੰ ਲੁੱਟਿਆ ਹੈ। ਤਿਲਮਿਲਾ ਉੱਠਿਆ, ਲਾਹੌਰ ਪਹੁੰਚ ਕੇ ਆਪਣੇ ਫਰਜ਼ੰਦ ਤੈਮੂਰ ਨੂੰ ਗਵਰਨਰ ਆਫ ਲਾਹੌਰ ਲਾਉਂਦਾ ਹੈ। ਜਹਾਨ ਖਾਨ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਲਾ ਕੇ ਨਾਲ ਰਹਿਣ ਲਈ ਪ੍ਰੇਰ ਦਿੰਦਾ ਹੈ। ਔਰ ਗਲੂਏ ਚੋਂ ਇਹ ਬੋਲ ਕੱਢੇ ਜ਼ਹਿਰ ਦੇ ਭਰੇ ਹੋਏ ਅਬਦਾਲੀ ਨੇ, ਇਹ ਕੌਣ ਨੇ? ਪਾਟੇ ਪੁਰਾਣੇ ਇਹਨਾਂ ਦੇ ਬਸਤਰ ਨੇ, ਜੰਗ ਲੱਗੇ ਹੋਏ ਹਥਿਆਰ ਨੇ। ਰਵਾਇਤੀ ਹਥਿਆਰਾਂ ਨਾਲ ਮੇਰੇ ਸਾਵੇਂ ਜੋ ਤੋਪਾਂ ਦਾ, ਤੁਫੰਗਾਂ ਦਾ ਮਾਲਕ ਅਬਦਾਲੀ ਹੈ, ਇਹ ਅੜ ਖਲੋਂਦੇ ਨੇ। ਮੈਂ ਚੱਲਦਾ ਅਫਗਾਨਿਸਤਾਨ ਤੋਂ ਦਿੱਲੀ ਨੂੰ ਲੁੱਟਦਾ ਹਾਂ, ਕੋਈ ਮੇਰੀਆਂ ਅੱਖਾਂ ਵਿੱਚ ਅੱਖਾਂ ਪਾਉਣ ਜੋਗਾ ਨਹੀਂ ਭਾਰਤ ਵਰਸ਼ ਨੇ ਪੈਦਾ ਕੀਤਾ। ਹੋਏ ਨਾਗੇ ਮੂੰਗੇ ਚੋਰਾਂ ਨੂੰ ਮੋਰ ਬਣ ਕੇ ਲੁੱਟ ਲੈਂਦੇ ਨੇ, ਇਹ ਦੌਲਤਾਂ ਸ਼ੋਹਰਤਾਂ ਮੇਰੇ ਪਾਸੋਂ ਖੋਹ ਲੈਂਦੇ ਨੇ। ਖਾਨ ਬਹਾਦਰ ਮੈਨੂੰ ਦੱਸ ਇਹ ਹੈ ਕੌਣ? ਤੇ ਖਾਨ ਬਹਾਦਰ ਵਰਗਿਆਂ ਨੇ ਭਰੇ ਦਰਬਾਰ ਵਿੱਚ ਜਿਹੜੇ ਬਚਨ ਕਹੇ, ਗਿਆਨੀ ਗਿਆਨ ਸਿੰਘ ਨੇ ਲਿਖੇ ਨੇ, ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਨੂੰ ਬਿਆਨ ਕਰਦੇ। ਇਹ ਪਠਾਨ ਲੋਕ ਗਲੂਏ ਚੋਂ ਬੋਲ ਕਹਿੰਦੇ ਨੇ, ਮੁਰਸ਼ਦ ਇਨਕਾ ਵਲੀ ਭਇਓ ਹੈ, ਇनको आबे हयात दयो है, ऐसी गयो कलाम बताए है, जिससे बनाए सुदा जे लय है, सोए पिलाए लोगन के ताई, स्यारग ते सिंह लेत बनाई, अवर सबन को जीव 84, मानत आप ताहे अविनासी। ਕਹਿੰਦੇ ਅਬਦਾਲੀ ਕੀ ਦਸੀਏ, ਇਹਨਾਂ ਦਾ ਮੁਰਸ਼ਦ ਬੜਾ ਵਲੀ ਹੋਇਆ ਹੈ ਗੁਰੂ ਗੋਬਿੰਦ ਸਿੰਘ। ਪਾਣੀ ਪਾਉਂਦੇ ਨੇ ਲੋਹੇ ਦੇ ਬਾਟੇ ਵਿੱਚ, ਉਹਨੇ ਇੱਕ ਕਲਾਮ ਬਖਸ਼ੀ ਹੈ। ਜਦੋਂ ਜਪਜਾਪ ਸਵਈਏ ਚੌਪੀ ਆਨੰਦ ਆਪਣੀ ਕਲਾਮ ਪੜ੍ਹਦੇ ਨੇ, ਉਹ ਪਾਣੀ ਆਬੇ ਹਯਾਤ ਬਣਦਾ ਹੈ। ਇਹ ਭਾਰਤ ਵਰਸ਼ ਦੇ ਗੁਲਾਮ ਲੋਕ ਜਿਨ੍ਹਾਂ ਦੇ ਵਿੱਚ ਕਾਇਰਤਾ ਗਿੱਦੜਾਂ ਵਾਲੀ ਹੈ, ਸਿਆਰਗ ਵਾਲੀ ਹੈ, ਜਦੋਂ ਇਹ ਅੰਮ੍ਰਿਤ ਛਕਦੇ ਨੇ ਆਬੇ ਹਯਾਤ ਬਣਦੇ ਨੇ, ਸੀਂਹ ਬਣਦੇ ਨੇ, ਸ਼ੇਰ ਬਣਦੇ ਨੇ। ਇਹਨਾਂ ਨੂੰ ਮੌਤ ਦਾ ਭੈ ਨਹੀਂ ਰਹਿੰਦਾ। ਅੰਮ੍ਰਿਤ ਛਕ ਕੇ ਲੋਕਾਈ ਨੂੰ ਤੇ ਕੀੜਾ ਮਕੌੜਾ ਸਮਝਦੇ ਨੇ, ਆਪਣੇ ਆਪ ਨੂੰ ਅਵਿਨਾਸੀ ਖਾਲਸਾ ਅਖਵਾਉਂਦੇ ਨੇ। ਦੂਸਰੀ ਤਾਕਤ ਇਹਨਾਂ ਨੂੰ ਇੱਕ ਆਬੇ ਹਯਾਤ ਦਾ ਸਰੋਵਰ ਬਖਸ਼ਦਾ ਹੈ ਜੋ ਅੰਮ੍ਰਿਤਸਰ ਹੈ। ਜੇ ਕਿਧਰੇ ਫੱਟ ਲੱਗ ਜਾਂਦਾ ਹੈ, ਰੋਗ ਸੋਗ ਵਿੱਚ ਵੱਜ ਜਾਂਦੇ ਨੇ, ਚੁੱਭੀ ਲਾਉਂਦੇ ਨੇ ਅੰਮ੍ਰਿਤ ਦੇ ਸਰੋਵਰ ਵਿੱਚ, ਹਰੇ ਭਰੇ ਹੋ ਜਾਂਦੇ ਨੇ। ਜਿਵੇਂ ਬਾਣੀ ਦਾ ਬੋਲ ਹੈ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਗੁਰੂ ਦੀ ਨਜ਼ਰੇ ਨਿਆਮਤ ਹੇਠ ਆ ਕੇ ਹਰੇ ਭਰੇ ਹੋ ਜਾਂਦੇ ਨੇ। ਅਬਦਾਲੀ ਇਹਨਾਂ ਨੂੰ ਮੁਕਾਇਆ ਨਹੀਂ ਜਾ ਸਕਦਾ। ਅਬਦਾਲੀ ਕਹਿੰਦਾ ਜੇ ਸਾਂਭੇ ਨਾ ਗਏ ਤੇ ਭਾਰਤ ਵਰਸ਼ ਦਾ ਤਖਤ ਮੱਲਣਗੇ। ਜੇ ਆਬੇ ਹਯਾਤ ਦਾ ਸਰੋਵਰ ਤਾਕਤ ਦਿੰਦਾ ਹੈ, ਕੂੜੇ ਕਰਕਟ ਨਾਲ ਪੂਰ ਦਿਓ। ਜੇ 5 ਜਾਣੇ ਇਕੱਤਰ ਹੋ ਕੇ ਇਹ ਆਬੇ ਹਯਾਤ ਤਿਆਰ ਕਰਦੇ ਨੇ, ਇਹਨਾਂ ਨੂੰ ਇਕੱਠੇ ਨਾ ਹੋਣ ਦਿਓ, ਖੁਰਾ ਖੋਜ ਮਿਟਾ ਦਿਓ ਖਾਲਸੇ ਦਾ। ਅਗਲੀ ਵਾਰ ਤੈਮੂਰ ਆਵਾਂ ਨਾ ਹਰਮੰਦਰ ਲੱਭਣਾ ਚਾਹੀਦਾ ਹੈ, ਨਾ ਖਾਲਸੇ ਦਾ ਬੀਜ ਰਹਿਣਾ ਚਾਹੀਦਾ ਹੈ। ਇਹਨਾਂ ਦਾ ਖੁਰਾ ਖੋਜ ਮਿਟਾ। ਅਬਦਾਲੀ ਦੇ ਹੁਕਮ ਵਿੱਚ ਤੈਮੂਰ ਦੀਆਂ ਫੌਜਾਂ ਤਿਆਰ ਹੁੰਦੀਆਂ ਨੇ। ਜਹਾਨ ਖਾਂ ਵਰਗੇ ਹਜ਼ਾਰਾਂ ਫੌਜਾਂ ਲੈ ਕੇ ਅੰਮ੍ਰਿਤਸਰ ਤੇ ਧਾਵਾ ਬੋਲਦੇ ਨੇ। ਕੂੜੇ ਕਰਕਟ ਨਾਲ ਸਰੋਵਰ ਪੂਰ ਦਿੱਤਾ ਜਾਂਦਾ ਹੈ। ਹਰਮੰਦਰ ਸਾਹਿਬ ਦੀ ਪਾਕ ਇਮਾਰਤ ਢਾਹ ਦਿੱਤੀ ਜਾਂਦੀ ਹੈ। 75-76 ਵਰਿਆਂ ਦਾ ਬਾਪੂ ਕਲਮ ਲੈ ਕੇ ਬੈਠਾ ਦਮਦਮੇ ਦੀ ਧਰਤੀ ਬਾਬਾ ਦੀਪ ਸਿੰਘ। ਸੁਨਿਆ ਕੰਨੀ ਖੜਕਿਆ, ਬਾਬਾ ਦੀਪ ਸਿੰਘ ਸਾਡਾ ਜਿਉਣਾ ਹੁਣ ਕਿਸੇ ਕਾਰੇ ਨਹੀਂ। ਸਾਡਾ ਪਾਵਨ ਹਰਮੰਦਰ ਸਾਹਿਬ ਢਾਹ ਦਿੱਤਾ ਗਿਆ, ਸਰੋਵਰ ਪੂਰ ਦਿੱਤਾ ਗਿਆ। ਬਾਪੂ ਨੇ ਕਲਮ ਦਿੱਤੀ ਰੱਖ। 18 ਸ਼ੇਰ ਦਾ ਖੰਡਾ ਲਿਆ ਚੁੱਕ। ਥੋੜਾ ਜਿਹਾ ਧਿਆਨ ਦੇ। 75 ਵਰਿਆਂ ਦਾ ਬਾਪੂ ਹੋਵੇ ਤੇ ਕੋਲ ਜੱਗ ਪਿਆ ਹੋਵੇ ਨਾ ਪਾਣੀ ਵਾਲਾ, ਤੇ ਪੋਤਰੇ ਨੂੰ ਆਵਾਜ਼ ਦਿੰਦਾ ਹੈ ਗਲਾਸ ਚੁੱਕ ਕੇ
पानी पीना भी मुहाल है। यह गुरु गोबिंद सिंह दा थापड़ा है। 18 शेर दा खंडा चुकिया है 75 वरियां दी उम्र दे विच। बापू परण करके तुरदा है। बचन यह किया गया, ऐ गुरु रामदास तेरे घर दी बेअदबी हुई है। ऐ इंसानियत दे दुश्मनां दा खुरा खोज मिटा के बेअदबी दा बदला लैके तेरे चरनां विच सीस झुका के सजदा करांगा। उस तो पहला दीप सिंह दा रस्ता होनी भी नहीं रोक सकदी। गलूए चों निकलिया परण ते बाणी दा फरमान है, साधां दे परण अटल हुंदे ने, साध बचन अटलादा। बाबा दीप सिंह तुर पिया लकीर साहिब आके। ये ओ पावन जगह जिथे लकीर खिंची, नामकरण लकीर साहिब हो गया। वंगारिया है जिन्हें सिर देने ने गुरु लई, इंसानियत लई, सिखी लई। अगां लंघो हुण मुड़े केड़ा। महापुरुष दे बोलां दी ताकत है। सारे सिर देण लई तैयार हो गए, गुरु लई आपा वारन दे लई तैयार हो गए। अज उस जगह की बेअदबी का बदला लेना है जिन्हों बाणी कहती है, डिठै सभै थाव नहीं तुद, जिहया बदोह पुरख विधाते तातू सोहया। कई कहते लो जी ये परसनल बायस है। गुरद्वारे ते सारे ही बराबर ने, हर जगह ही गुरु ग्रंथ साहिब का प्रकाश है। हरमंदर साहिब क्यों महान, एक फर्क है। ये जिन्ने भी गुरुद्वारे ने महान ने, कोई दो राय नहीं। बाणी विच मिलता है, जिथे जाए बहै मेरा सतगुरु सो थान सुहावा, राम राजे गुरसिੱਖੀ सो थन भालिया लै धूड़ मुख लावा। जिथे भी गुरु सोभदे ने असीं जाके धूड़ी मस्तक नूं ला के जीवन सफला करते। हरमंदर साहिब क्यों महान है, वो तां महान है, बाकी सारे गुरधाम साधुआं संतां संगतां ने उसारे ने। हरमंदर साहिब पता किन्ने उसारिया है, बदोह पुरख विधाते तां तू सोहया। इंग्लिश दे टीकाकार लिखते ने, द लॉर्ड हिमसैल्फ he comes into this world in the form of Guru Arjan Sahib. He is the creator of destiny. उस खुदा ने आप गुरु अर्जन बन के हथी हरमंदर उसारिया है। तां हरमंदर वर्गा कोई दूसरा धाम नहीं है। वसदी सगन अपार अनूप रामदास पुर, हर हा नानक कसमल जाहे, नहाया रामदास सर। कई कहते जे रामदास सरोवर चुभी लाया रोग सोग मिटते ने। हॉस्पिटल क्यों बने ने? ये हॉस्पिटल उन्हां लई बने ने जिन्हां इदां दी तर्क सुझदी है। धर्म खलोता है भावना ते, साइंस खलोती है एक्सपैरीमेंट ते। धर्म कहता है पहला भावना बना फिर चमत्कार होवेगा। साइंस कहती है पहला चमत्कार होवे फिर भावना बनावांगे। सो बड़ा फासला इंटरमिंगल करते हैं असीं, साइंस नूं धर्म विच वाड़ दिंदे हैं। धर्म विशा ही भरोसे दा है ते जिन्हां नूं भरोसा है महाराज कहते ने हर हां प्रौढ़ता कीती है। हर हां कह के हां हां नानक कसमल जाहे, नहाया रामदास सर। रोग सोग पाप मिट जाते ने जेड़ा रामदास सरोवर चुभी लाउंदा है। मैं भावना विच बह के नहीं अर्थ कर रहा, मैं बड़े बड़े डॉक्टर्स दे अर्थ तुहाडे नाल साझे कर देना। इंग्लिश च कहंदे ने बाय टेकिंग बाथ इन द टैंक ऑफ गुरु रामदास योर ऑल सिंस विल बी वॉश्ड अवे। तेरे सारे रोग सोग पाप मिटणगे। असीं फिर इन्हां तरकी प्रचारकां दी मननी है जां बाणी दी? विचारधारा मेरी है जां किसी कुतरकी दी है? बाणी दे तुल रंचक मात्र मायने नहीं रखदी। सब तो वड्डी विचारधारा है वाहो वाहो बाणी निरंकार है तिस जे वडे अवर ना कोय। सत करके मन्निया बाबा दीप सिंह ने, जिहड़े कहंदे सरोवर ते पानी दी किल्लत दूर करन लई बणिया। फिर बाबा दीप सिंह ते सियाणा ना होया, 5000 सिंह दे गले कटवा बैठा एक पानी दी किल्लत दूर करन वाले टोबे नूं बचाउण लई। ते 5000 सिंह नूं कई फड़ा के रस्ते विच किते डाया हुंदा ते हरमंदर साहिब दे सरोवर नूं 100 गुणा वड्डा उत्थे टोआ मार के पानी छड्ड लैंदे भी नहाया करो सारे, पानी दी किल्लत दूर कर दिंदा। नहीं, उस आबे हयात दे सरोवर दे तुल कोई दूसरा तीर्थ नहीं है। इसे करके ही विद्वान कहते जदों कदम बोसी करन हरमंदर साहिब आए, संभल के कदम रखी। इस हरमंदर दी पवित्रता बहाल करन दे लई कली कली सिल हेठ सैकड़े सिर ਸਿੰਘਾਂ ने लाए ने, शहीदी पाई है।
ਸਾਡੇ ਲਈ ਹਰਮੰਦਰ ਤੋਂ ਅੱਗੇ ਕੁਝ ਵੀ ਨਹੀਂ ਹੈ। ਬਾਬਾ ਦੀਪ ਸਿੰਘ ਇਹ ਧਾਰ ਕੇ ਤੁਰ ਪਏ ਵੀ ਇਹਦੇ ਵਰਗਾ ਕੋਈ ਦੂਜਾ ਥਾਓ ਨਹੀਂ ਹੈ। ਮੈਦਾਨੇ ਜੰਗ ਦੇ ਵਿੱਚ ਗਰਜੇ ਨੇ, ਦੀਪ ਸਿੰਘ ਸ਼ਹੀਦ ਕੀ ਗਾਥਾ ਸੁਣੋ ਉਧਾਰ, ਧਰਮ ਯੁੱਧ ਕਰ ਸਿਰ ਦਇਓ, ਥਇਓ ਸ਼ਹੀਦ ਵਿਚਾਰ। ਜਦੋਂ ਮੈਦਾਨੇ ਜੰਗ ਵਿੱਚ ਜੂਝੇ ਤਹਾਂ ਅਮਾਨ ਖਾਨ ਹੂੰ ਸਿਰਦਾਰ, ਪਾਉ ਰੁਪ ਕੈ ਲਰਿਓ ਮਹਾਨ ਦੀਪ ਸਿੰਘ ਸੰਗ ਭੂਰ ਕੁੱਪ ਕੈ। ਅਮਾਨ ਖਾਂ ਦੇ ਨਾਲ ਗਿਆਨੀ ਗਿਆਨ ਸਿੰਘ ਕਹਿੰਦੇ ਟੱਕਰ ਹੋਈ, ਸਾਂਝਾ ਵਾਰ ਚੱਲਦਾ ਹੈ। ਉਹ ਵਿਦਵਾਨ ਲਿਖਦੇ ਨੇ, ਇੱਕ ਬੰਨੇ ਜਵਾਨੀ ਦਾ ਬਲ, ਇੱਕ ਬੰਨੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ। ਚਲੀ ਤੇਗ ਅਤ ਬੇਗ ਸੈ, ਦੋਹੂ ਕੇਰ ਬਲਵਾਰ, ਉਤਰ ਗਏ ਸਿਰ ਦੋਹੂ ਕੇ, ਪਰਸ ਪਰੈ ਇੱਕ ਸਾਰ। ਸਾਂਝੇ ਵਾਰ ਦੇ ਨਾਲ ਅਮਾਨ ਖਾਨ ਦਾ ਸਿਰ ਵੀ ਲੈ ਗਿਆ, ਬਾਬਾ ਦੀਪ ਸਿੰਘ ਜੀ ਦਾ ਸਿਰ ਵੀ ਲੈ ਗਿਆ। ਜਦੋਂ ਸਿਰ ਧੜ ਨਾਲੋਂ ਜੁਦਾ ਹੋ ਗਿਆ, ਪਠਾਣਾ ਵਿੱਚ ਭਗਦੜ ਤੇ ਮਚਣੀ ਸੀ। ਸਿੰਘਾਂ ਦੇ ਚਿਹਰੇ ਲੈ ਗਏ ਵੀ ਇਹ ਬਣ ਕੀ ਗਿਆ। ਬਾਬਾ ਦੀਪ ਸਿੰਘ ਨੇ ਪ੍ਰਣ ਕੀਤਾ ਸੀ ਵੀ ਸੀਸ ਜਾ ਕੇ ਹਰਮੰਦਰ ਸਾਹਿਬ ਦੇਣਾ ਹੈ। ਕੋਲੋਂ ਵੈਰਾਗ ਦੇ ਵਿੱਚ ਇੱਕ ਸਿੰਘ ਗਰਜਿਆ, ਗਲੂਏ ਮੁਬਾਰਕ ਚੋਂ ਕਹਿੰਦਾ ਹੈ, ਐ ਬਾਬਾ ਦੀਪ ਸਿੰਘ ਤੇਰਾ ਪਰਨ ਟੁੱਟ ਗਿਆ। ਗਿਆਨੀ ਗਿਆਨ ਸਿੰਘ ਲਿਖਦੇ, ਢਿਗਤੈ ਏਕ ਸਿੰਘ ਪਿਖ ਕਯੋ, ਪਰਨ ਤੁਹਾਰ ਦੀਪ ਸਿੰਘ ਰਹਿਓ। ਇਹ ਆਵਾਜ਼ ਜਦੋਂ ਪ੍ਰਗਟ ਹੋਈ, ਤੂੰ ਤੇ ਕਿਹਾ ਕਰਦਾ ਸੀ, ਗੁਰਪੁਰ ਜਾਏ ਸੀਸ ਮੈਂ ਦੈ ਹੋਂ, ਸੋਤੋ ਦੋਏ ਕੋਸ ਇਸ ਥੈ ਹੋਂ। ਇਹ ਘਟਨਾ ਟਾਹਲਾ ਸਾਹਿਬ ਦੀ ਹੈ। ਇੱਥੋਂ ਕੁਝ ਕੋਹ ਦੀ ਦੂਰੀ ਤੇ ਹਰਿਮੰਦਰ ਸਾਹਿਬ ਬਾਬਾ ਪਰਨ ਟੁੱਟ ਗਿਆ। ਕਹਿੰਦੇ ਉਸ ਧੜ ਦੇ ਵਿੱਚ ਇੱਕ ਹਰਕਤ ਹੁੰਦੀ ਹੈ, ਸੁਣ ਸਿੰਘ ਜੀ ਨਿਜ ਪਰਨ ਸੰਭਾਰਾ, ਨਿਜ ਸਿਰ ਬਾਮ ਹਾਥ ਨਿਜ ਧਾਰਾ। ਕਹਿੰਦੇ ਖੱਬੇ ਹੱਥ ਸੀਸ ਉਠਾ ਲਿਆ ਉਸ ਧੜ ਨੇ, ਦਹਿਨੇ ਹਾਥ ਤੇਗ ਖਰ ਧਾਰਾ, ਵਜਨ ਜਾਹੇ ਥਾ ਸ਼ੇਰ 18 ਸ਼ੇਰ ਦਾ ਖੰਡਾ ਸੱਜੇ ਹੱਥ ਚੁੱਕਿਆ। ਪਠਾਣਾ ਦੇ ਆਹੂ ਲਾਉਂਦਾ ਬਾਬਾ ਤੁਰ ਪਿਆ। ਅਸਚਰਜਤਾ ਦੇ ਵਿੱਚ ਜਹਾਨ ਲੈ ਗਿਆ। ਕਈ ਤਰਕ ਕਰ ਦਿੰਦੇ ਸਾਹ ਰਗ ਕੱਟੀ ਗਈ, ਗਰਦਨ ਨਹੀਂ ਕੱਟੀ। ਤੇ ਮੈਂ ਪੁੱਛਦਾ ਹੁੰਨਾ ਵੀ ਲਿਆਓ ਤੁਹਾਡੀ ਸਵਾਈ ਦੀ ਸਾਹ ਰਗ ਹੀ ਕੱਟ ਦਈਏ, ਵੇਨੇ ਆ ਕਦਮ ਅਗਲਾ ਪੁੱਟੋਗੇ ਕਿ ਨਹੀਂ। ਗਾਫਲ ਲੋਕ ਨੇ, ਧਰਮ ਦੀ ਪਰੰਪਰਾ ਤੋਂ ਮੁਨਕਰ ਲੋਕ ਨੇ, ਕਦੇ ਬਾਣੀ ਧਿਆਨ ਨਾਲ ਪੜ੍ਹੀ ਨਹੀਂ। ਕਹਿੰਦੇ ਦੋ ਹਸਤੀਆਂ ਨੇ ਜੋ ਮੁਰਦੇ ਨੂੰ ਜ਼ਿੰਦਾ ਕਰ ਸਕਦੀਆਂ ਨੇ, ਇੱਕ ਨਿਰਗੁਣ ਅਕਾਲ, ਦੂਸਰਾ ਗੁਰੂ ਗੋਬਿੰਦ ਸਿੰਘ ਸਰਗੁਣ ਸਰੂਪ। ਬਾਣੀ ਦਾ ਫਰਮਾਨ ਹੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਪਰਮਾਤਮਾ ਚਾਹੇ ਤੇ ਬਿਨਾਂ ਸਾਹਾਂ ਤੋਂ ਰੱਖ ਲੈਂਦਾ ਹੈ। ਦੂਸਰੀ ਅਜ਼ਮਤ ਗੁਰੂ ਕਰਦਾ ਹੈ, ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰ ਤਾਨ ਮਿਲਾਇਆ। ਇੱਥੇ ਤਨ ਸਾਸਾ ਹੈ, ਮਨ ਸਾਸਾ ਨਹੀਂ। ਕਈ ਵਾਰ ਵਾਕਸ਼ਾਲ ਅਸੀਂ ਵਰਤਦੇ ਹਾਂ, ਅੰਤਰੀ ਵਰਤ ਕਰਨ ਲੱਗੇ ਆਖਣਗੇ ਜੀ ਮਨ ਵਿਕਾਰਾਂ ਵਿੱਚ ਮਰ ਗਿਆ। ਨਾਮ ਦੀ ਬਰਕਤ ਦੇ ਨਾਲ, ਗਿਆਨ ਨਾਲ ਗੁਰੂ ਨੇ ਜ਼ਿੰਦਾ ਕਰ ਦਿੱਤਾ। ਉਹ ਭਲਿਆ ਮਨ ਨੂੰ ਸਾਹਾਂ ਦੀ ਲੋੜ ਨਹੀਂ ਹੈ। ਮਨ ਕਿੱਥੇ ਮਰਨਾ ਹੈ? ਮਨ ਜਿੱਤਿਆ ਜਾ ਸਕਦਾ, ਮਰਦਾ ਕਿਸੇ ਦਾ ਨਹੀਂ ਹੈ। ਇਹ ਗੱਲ ਵੱਖਰੀ ਹੈ। ਸਮਾਂ ਆਵੇਗਾ ਅੱਜ ਦੋਹਾਂ ਲੱਤਾਂ ਤੇ ਆ, ਕੱਲ ਨੂੰ ਚੌਹਾਂ ਤੇ ਆ ਜਾਵੇਗਾ। ਸੂਖਸ਼ਮ ਸਰੀਰ ਮਨ ਇਹੀ ਰਵੇਗਾ, ਇਹ ਨਹੀਂ ਮਰਦਾ। ਮਨ ਨੂੰ ਸਾਹਾਂ ਦੀ ਲੋੜ ਹੀ ਨਹੀਂ ਹੈ, ਸਾਹਾਂ ਦੀ ਲੋੜ ਤਨ ਨੂੰ ਹੈ। ਤਾਂ ਹੀ ਇੰਗਲਿਸ਼ ਦੇ ਵਿਦਵਾਨ ਕਹਿੰਦੇ ਨੇ, ਮਾਈ ਗੁਰੂ ਇਨਫਿਊਜ਼ਸ ਬ੍ਰੈਥ ਇਨਟੂ ਦਾ ਡੈਡ ਵਨਸ। ਬੜੇ ਬੜੇ ਡਾਕਟਰ ਕਹਿੰਦੇ ਨੇ ਗੁਰੂ ਮੁਰਦਿਆਂ ਨੂੰ ਸੁਰਜੀਤ ਕਰ ਦਿੰਦਾ ਹੈ। ਇਹ ਗੁਰੂ ਦੀ ਅਜ਼ਮਤ ਹੈ। ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਬਾਬਾ ਦੀਪ ਸਿੰਘ ਤੁਰਿਆ ਜਾ ਰਿਹਾ ਹੈ। ਕਲਾ ਮੇਰੇ ਗੁਰੂ ਗੋਬਿੰਦ ਸਿੰਘ ਦੀ ਵਰਤੀ, ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ। ਬਾਬਾ ਤੁਰਿਆ ਗਿਆ, ਪਠਾਨ ਅੱਗੇ ਲਾ ਕੇ ਦੌੜ ਉੱਠੇ ਤੇ ਵੰਗਾਰ ਕੇ ਕੁਝ ਜਰਨੈਲ ਕਹਿੰਦੇ ਨੇ, ਡਰਦੇ ਕਿਉਂ ਹੋ? ਤਨਖਾਹ ਲੈਂਦੇ ਹੋ, ਜੰਗ ਲੜੋ। ਤੇ ਦੌੜੇ ਜਾਂਦੇ ਪਠਾਨ ਕਹਿੰਦੇ, ਤਨਖਾਹ ਲੈਂਦੇ ਹਾਂ ਉਹਨਾਂ ਨਾਲ ਲੜਨ ਦੀ ਜਿਨ੍ਹਾਂ ਦੇ ਧੜ ਤੇ ਸਿਰ ਹੁੰਦਾ ਹੈ। ਇਹ ਤੇ ਸਿਰ ਲੱਥੇ ਤੋਂ ਹੀ ਲੜੀ ਜਾਂਦੇ ਨੇ, ਹੁਣ ਇਹਨਾਂ ਨਾਲ ਸਿਰ ਕੌਣ ਲਾਵੇ? ਮੌਤ ਨੂੰ ਵੇਖ ਕੇ ਅੱਗੇ ਦੌੜ ਉੱਠੇ। ਜਿਹੜਾ ਹੋਣੀ ਤੋਂ ਨਾ ਜਿੱਤਿਆ ਗਿਆ ਉਹਨੂੰ ਪਠਾਨ ਕੀ ਜਿੱਤਣਗੇ? ਪ੍ਰੈਕਟੀਕਲੀ ਬਾਪੂ ਨੇ ਦਰਸਾ ਦਿੱਤਾ, ਬਾਣੀ ਕੇਵਲ ਥਿਊਰੀ ਨਹੀਂ ਹੈ, ਇਹ ਸਿੱਖੀ ਦੇ ਸਿਧਾਂਤ ਤੇ ਚੱਲਣ ਵਾਲੇ ਸੂਰਮਿਆਂ ਦੀ ਬਿਆਨਬਾਜ਼ੀ ਕਰਦੀ ਹੈ। ਬਾਣੀ ਸਿਧਾਂਤ ਹੈ, ਇਤਿਹਾਸ ਸੂਰਿਆਂ ਦਾ ਬਣਦਾ ਜਿਹੜੇ ਸਿਧਾਂਤ ਤੇ ਚੱਲਦੇ ਨੇ। ਜਉ ਤੋ ਪ੍ਰੇਮ ਖੇਲਣ ਕਾ ਚਾਓ,
ਸਿਰ ਧਰ ਤਲੀ ਗਲੀ ਮੇਰੀ, ਆਓ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਬਾਪੂ ਦੀਪ ਸਿੰਘ ਪਹੁੰਚਿਆ ਹਰਮੰਦਰ ਸਾਹਿਬ, ਪਠਾਣਾ ਤੋਂ ਨਜ਼ਾਤ ਦਵਾ ਕੇ ਉਸ ਕੰਪਲੈਕਸ ਨੂੰ, ਉਸ ਪਾਵਨ ਜਗ੍ਹਾ ਨੂੰ, ਫਿਰ ਸ਼੍ਰੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੀਸ ਰੱਖਿਆ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੈ ਭਾਵੈ, ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਤੇ ਜਿਹੜਾ ਸਿਰ ਭੇਟ ਕਰੇ ਬਾਪੂ ਦੀ ਗੋਦ ਉਹਨੂੰ ਮਿਲਦੀ ਹੈ। ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰਾ ਪਾਸ। ਜਿੱਦਾਂ ਬਾਬਾ ਦੀਪ ਸਿੰਘ ਨੇ ਸੀਸ ਦਿੱਤਾ, ਬਾਬਾ ਗੁਰਬਖਸ਼ ਸਿੰਘ ਟਕਸਾਲ ਦੇ ਮੁਖੀ ਹੋਏ, ਉਹਨਾਂ ਸੀਸ ਦਿੱਤਾ। ਬਾਬਾ ਜਰਨੈਲ ਸਿੰਘ ਮਰਦੇ ਮੁਜਾਹਦ, ਉਹਨਾਂ ਨੇ ਆਪਣਾ ਸੀਸ ਦੀਨ ਲਈ, ਧਰਮ ਲਈ ਦਿੱਤਾ। ਇਹਨੂੰ ਕਹਿੰਦੇ ਨੇ ਸੇਵਕ ਕੀ ਓੜਕ ਨਿਭੀ ਪ੍ਰੀਤ। ਸਾਰਾ ਜੀਵਨ ਗੁਰੂ ਨਾਲ ਪ੍ਰੀਤੀ ਕੀਤੀ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ, ਚੀਤ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਗੁਰੂ ਦੇ ਹੁਕਮ ਵਿੱਚ ਜੀਵਨ ਲਾ ਦਿੱਤਾ। ਸ਼ਹਾਦਤ ਦੀ ਅਵਧੀ ਮਾਣੀ ਤੇ ਵਿਦਵਾਨ ਕਹਿੰਦੇ ਨੇ, ਹਮ शहीदों को कभी मुर्दा नहीं कहते अनीस, रिज़्क जन्नत में मिले शान यहाँ पर बाकी। शहीद मरदे नहीं अमर ने, शहीदां दी इत्थे भी याद है ते जन्नत विच भी ओ खुदा दी गोद बिराजदे ने। ये शहीदां दी जथेबंदी है दमदमी टकसाल, और इन्हां शहीदां दियां यादगारां भी गुरु रामदास दे चरनां विच मुकर्रर ने। बाबा दीप सिंह जी दी शहीदी यादगार बनी है, बाबा गुरबख्श सिंह हुणा दी यादगार बनी है। दमदमी टकसाल दे 16वें मुखी बाबा हरनाम सिंह हुणा उपराला करके, मेरी पीरी दा सिद्धांत वर्त करके, संत ज्ञानी जरनैल सिंह खालसा पिंडरां वाले, भाई मरीक सिंह, बाबा शबेग सिंह, बाबा ठारा सिंह हुणा दी 84 ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਵੀ ਉਸ ਪਾਵਨ ਹਰਮੰਦਰ ਦੇ ਕੰਪਲੈਕਸ ਵਿੱਚ ਬਣਾਈ, ਜਿੱਥੇ ਬੇਅੰਤ ਗੁਰਧਾਮਾਂ ਦੀਆਂ ਸੇਵਾਵਾਂ ਟਕਸਾਲ ਕਰਵਾਉਂਦੀ ਹੈ। ਉੱਥੇ ਤੁਹਾਨੂੰ ਅਧਿਆਤਮਕ ਵਿੱਦਿਆ ਦੇ ਨਾਲ ਨਾਲ ਦੁਨਿਆਵੀ ਵਿੱਦਿਆ ਪੜ੍ਹਾਉਣ ਦੇ ਲਈ ਪ੍ਰੋਫੈਸ਼ਨਲ ਕਾਲਜ ਆਫ ਗੁਰਮਤ ਖੋਲ੍ਹਿਆ ਗਿਆ ਹੈ ਮਹਿਤਾ ਚੌਂਕ ਵਿਖੇ, ਜਿੱਥੇ 250-300 ਵਿਦਿਆਰਥੀ ਗੁਰਧਾਮ ਵਿੱਚ ਰਹਿ ਕੇ ਸੰਥਿਆ ਬਾਣੀ ਕੀਰਤਨ ਸਿੱਖਦਾ ਹੈ। ਉੱਥੇ 100 ਦੇ ਇਰਦ ਗਿਰਦ ਬੱਚੇ ਇਸ ਪ੍ਰੋਫੈਸ਼ਨਲ ਕਾਲਜ ਵਿੱਚ ਅਧਿਆਤਮਕ ਬ੍ਰਹਮ ਦੀ ਵਿੱਦਿਆ ਦੇ ਨਾਲ ਨਾਲ ਦੁਨਿਆਵੀ ਵਿੱਦਿਆ ਸਿੱਖਦੇ ਨੇ। ਕਿਉਂ ਸਿੱਖਦੇ ਨੇ? ਮੈਂ ਬਚਨ ਕਹਿ ਕੇ ਫਤਿਹ ਬੁਲਾਵਾਂ। ਉਹਦਾ ਕਾਰਨ ਹੈ, ਮਹਾਰਾਜ ਨੇ ਇੱਕ ਬਚਨ ਕਿਹਾ ਹੈ, ਜਿਹੜੀ ਵਿੱਦਿਆ ਹੁੰਦੀ ਹੈ ਜੋ ਪੜ੍ਹ ਲਵੇ ਨਾ, ਅਧਿਆਤਮਕ ਹੈ ਜਾਂ ਦੁਨਿਆਵੀ ਹੈ, ਉਹਨੂੰ ਮਾਣ ਮਿਲਦਾ ਹੈ। ਇਹ ਪਰਉਪਕਾਰੀ ਵਿੱਦਿਆ ਹੈ। ਪਰਉਪਕਾਰ ਕਰੋ ਤੁਹਾਡਾ ਅਦਬ ਹੋਵੇਗਾ। ਗੁਰ ਪ੍ਰਸਾਦੀ ਵਿੱਦਿਆ ਵਿਚਾਰੈ, ਪੜ੍ਹ ਪੜ੍ਹ ਪਾਵੈ ਮਾਣ। ਦੁਨਿਆਵੀ ਵਿੱਦਿਆ ਪੜ੍ਹੀ ਤੇ ਅਫਸਰ ਲੱਗੋਗੇ, ਲੋਕ ਸਲੂਟ ਮਾਰਨਗੇ। ਅਧਿਆਤਮਕ ਵਿੱਦਿਆ ਪੜ੍ਹੀ ਤੇ ਮਹਾਪੁਰਸ਼ ਬਣੋਗੇ, ਲੋਕਾਈ ਸਜਦਾ ਕਰੇਗੀ। ਭਾਈ ਰੇ ਸੰਤ ਜਨਾ ਕੀ ਰੇਣ, ਚਰਨ ਧੂੜੀ ਚੱਖੇਗੀ। ਸੋ ਦੋਨਾਂ ਹੀ ਵਿੱਦਿਆਵਾਂ ਦਾ ਪ੍ਰਬੰਧ ਦਮਦਮੀ ਟਕਸਾਲ 25 ਦੇ ਕਰੀਬ ਗੁਰਧਾਮਾਂ ਵਿੱਚ ਕਰਦੀ ਹੈ। 5000 ਦੇ ਕਰੀਬ ਦੁਨਿਆਵੀ ਵਿੱਦਿਆ ਪੜ੍ਹਨ ਵਾਲੇ ਦੁਨਿਆਵੀ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਨੇ। ਟਕਸਾਲ ਵੱਲੋਂ ਅਕੈਡਮੀਆਂ ਚੱਲਦੀਆਂ ਨੇ। ਸੋ ਇਹ ਜਿੰਨੀਆਂ ਵੀ ਸੇਵਾਵਾਂ ਨੇ, ਇਹਨਾਂ ਨੂੰ ਸਜਦਾ ਹੈ। ਤੁਸੀਂ ਸਾਥ ਦਿੰਦੇ ਹੋ ਟਕਸਾਲ ਦਾ, ਤੁਹਾਡੇ ਅੱਗੇ ਸਿਰ ਨਿਵਦਾ ਹੈ। ਬਾਣੀ ਕਹਿੰਦੀ ਹੈ, ਆਪ ਮੁਕਤ ਸੰਗੀ ਤਰੇ, ਕੁੱਲ ਕੁਟੰਬ ਉਧਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਸੇਵਾ ਕਰਨ ਵਾਲਾ ਵੀ ਮੁਕਤ, ਪਰਿਵਾਰ ਵੀ ਮੁਕਤ, ਸੰਗੀ ਸਾਥੀ ਸੇਵਾਦਾਰ ਵੀ ਮੁਕਤ। ਆਓ ਇਹਨਾਂ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਇਸੇ ਤਰ੍ਹਾਂ ਹਿੱਸੇ ਪਾਇਆ ਕਰੀਏ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਧੰਨਵਾਦ, ਜੋ ਇਹ ਮਹਾਨ ਸਮਾਗਮ ਆਰਗੇਨਾਈਜ਼ ਕਰ ਰਹੇ ਨੇ ਸਿੱਖੀ ਨੂੰ ਪ੍ਰਫੁੱਲਤ ਰੱਖਣ ਦੇ ਲਈ। ਹੋਰ ਜਿਤਨੇ ਵੀ ਮਹਾਂਪੁਰਸ਼, ਬਾਬਾ ਕੁਲਦੀਪ ਸਿੰਘ ਜੀ ਹੋਣੀ, ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਮਹਾਂਪੁਰਸ਼, ਇੱਥੇ ਬਾਬਾ ਸੱਜਣ ਸਿੰਘ ਜੀ ਬੇਰ ਸਾਹਿਬ ਵਾਲੇ, ਜਿਤਨੇ ਵੀ ਮਹਾਤਮਾ ਬੈਠੇ ਨੇ, ਸਾਰਿਆਂ ਨੂੰ ਬੰਦਨਾ ਹੈ ਸਿਰ ਝੁਕਾ ਕੇ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਹੋਣੀ ਪਹੁੰਚੇ ਨੇ, ਉਹਨਾਂ ਨੂੰ ਵੀ ਨਮਸਕਾਰ ਹੈ ਜੀ। ਗੱਜ ਵੱਜ ਕੇ ਫਤਿਹ ਬੁਲਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।